हम अवगन परे एक गुण नाहि। अमृत छाड़ बिखै बिख खाई। माया मोह परम पै भूले। सुत दारा स्यों प्रीत लगाई। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ की रत की। गुर रामदास राखो सरनाई। एक अरदास पाठ की रत की। गुर रामदास राखो सरनाई। डंडौत बंदन अनक बार। सर्ब कला समरथ। डोलन ते राखो प्रभु। नानक दे कर हथ। सुखो टल गुर सेविय। अहनस सहज सुभाय। दर्शन परसय गुरु कै। जन्म मरण दुख जाय। होवै सिफत खसम दी। नूर अरसों कुरसों झटियै। तुध डिठे सच्चे पातशाह। मल जन्म जन्म दी कटियै। तुध डिठे सच्चे पातशाह। मल जन्म जन्म दी कटियै। सतनाम श्री वाहिगुरु साहिब जीओ। गौड़ी महला नावा। मन रे कहा पयो तै बौरा। अहनिस औद कटै नहीं जानै। पयो लोभ संग हौरा। मन रे कहा पयो तै बौरा। अहनिस औद कटै नहीं जानै। पयो लोभ संग हौरा। रहाओ जो तन तै अपनो कर मान्यो। अर सुंदर ग्रह नारी। इनमें कश तेरो रे नाहन। देखो सोच विचारी। रतन जन्म अपनो तै हार्यो। गोबिंद गत नहीं जानी। निमख न लीन पयो चरणन स्यों। बिरथा औद सिरानी। कहो नानक सोई नर सुखिया। राम नाम गुण गावै। और सगल जग माया मोहया। निरपै पद नहीं पावै। कहो नानक सोई नर सुखिया। राम नाम गुण गावै। और सगल जग माया मोहया। निरपै पद नहीं पावै। वाहिगुरु जी का खालसा वाहिगुरु जी की फतेह। जुगो जोगा टल चबर छत्र तख्त दे मालक। धन धन साहिब श्री गुरु ग्रंथ साहिब महाराज जी की अपार बख्शिश दे सदका
ਜੋ ਦੋ ਰਾਤਰੀ ਸਮਾਗਮ ਆਪ ਜੀ ਦੇ ਨਗਰ ਵਿੱਚ ਸੱਜੇ ਹਨ, ਅੱਜ ਆਖਰੀ ਦੀਵਾਨ ਹੈ ਔਰ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਸਤ ਸੰਗਤ ਰੂਪ ਦੇ ਵਿੱਚ ਅਸੀਂ ਸਾਰੇ ਸਤਿਗੁਰਾਂ ਦੇ ਚਰਨਾਂ 'ਤੇ ਜੁੜ ਬੈਠੇ ਹਾਂ। ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੜੀਵਾਰ ਬਚਨਾਂ ਦੀ ਵਿਚਾਰ ਚੱਲ ਰਹੀ ਹੈ, ਕਿਉਂਕਿ ਇਹ ਜਿਹੜਾ ਸਾਲ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਹੈ ਔਰ ਪਿਛਲੇ ਸਾਲ ਤੋਂ ਇਹ ਲੜੀਵਾਰ ਕਥਾ ਪ੍ਰਾਰੰਭ ਕੀਤੀ ਸੀ, ਪਰ ਇਹ ਕਰੋਨਾ ਦਾ ਜਿਹੜਾ ਸਮਾਂ ਆਉਣ ਕਰਕੇ ਫਿਰ ਵਿੱਚੋਂ ਗੈਪ ਪੈ ਗਿਆ। ਹੁਣ ਦੁਬਾਰਾ ਤੋਂ ਇਹ ਸਮਾਗਮ ਪ੍ਰਾਰੰਭ ਹੋਏ ਨੇ। ਕੱਲ੍ਹ 7ਵੇਂ ਸ਼ਬਦ ਦੀ ਵਿਚਾਰ ਕੀਤੀ ਸੀ, ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੌੜੀ ਰਾਗ ਦੇ ਅੰਦਰ 8ਵੇਂ ਸ਼ਬਦ ਦੀ ਵਿਚਾਰ ਕਰਨੀ ਹੈ। ਤੋ ਜਿੰਨੇ ਵੀ ਆਪਾਂ ਇੱਥੇ ਜੁੜ ਬੈਠੇ ਹਾਂ, ਹੱਥ ਬੰਨ੍ਹ ਕੇ ਬੇਨਤੀ ਹੈ, ਸਰੀਰ ਕਰਕੇ ਆਏ ਹਾਂ, ਸੁਰਤ ਦੀ ਵੀ ਹਾਜ਼ਰੀ ਲਵਾਉਣੀ ਹੈ। ਆ ਜਦੋਂ ਅਰਦਾਸ ਕਰਦੇ ਹੁੰਦੇ ਆ ਨਾ ਜੀ ਆਪਾਂ, ਤੇ ਕਿੰਨੀ ਵਾਰ ਬਾਬਾ ਜੀ ਇਹ ਬੁਲਾਉਂਦੇ ਨੇ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਪਤਾ ਕੀ ਹੁੰਦਾ, ਇਹ ਅਟੈਂਡੈਂਸ ਹੁੰਦੀ ਹੈ। ਬੱਚੇ ਸਕੂਲ ਜਾਂਦੇ ਆ ਨਾ ਜੀ, ਅਤੇ ਬੱਚਿਆਂ ਦੀ ਵੀ ਅਟੈਂਡੈਂਸ ਲੱਗਦੀ ਆ। ਟੀਚਰ ਬੋਲਦਾ ਰੋਲ ਨੰਬਰ 1, ਰੋਲ ਨੰਬਰ 2, ਅਤੇ ਬੱਚੇ ਬੋਲਦੇ ਨੇ ਪ੍ਰੈਜ਼ੈਂਟ ਸਰ। ਅਤੇ ਜੇ ਕੋਈ ਬੱਚਾ ਨਾ ਬੋਲੇ ਫਿਰ ਉਹਦੀ ਕੀ ਲੱਗਦੀ ਹੈ, ਐਬਸੈਂਟ ਲੱਗਦੀ ਹੈ। ਜਿਹੜੇ ਬੱਚੇ ਕਈ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਉਹ ਜਾਣਦੇ ਹੋਣਗੇ, ਕਈ ਵਾਰੀ ਅਸੀਂ ਸਰੀਰ ਕਰਕੇ ਕਲਾਸ 'ਚ ਚਲੇ ਜਾਂਦੇ ਹਾਂ ਪਰ ਮਨ ਕਿਤੇ ਹੋਰ ਭੱਜਾ ਫਿਰਦਾ, ਅਤੇ ਜਦੋਂ ਟੀਚਰ ਅਟੈਂਡੈਂਸ ਲਾ ਰਿਹਾ ਮੈਂ ਭੁੱਲ ਗਿਆ ਪ੍ਰੈਜ਼ੈਂਟ ਬੋਲਣੀ, ਅਤੇ ਫਿਰ ਕੀ ਹੁੰਦਾ, ਐਬਸੈਂਟ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਬਾਬਾ ਜੀ ਅਰਦਾਸ ਕਰਦੇ ਆ ਨਾ ਜੀ, ਬਾਬਾ ਜੀ ਬੋਲਦੇ ਨੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਸਮਝੋ ਵੀ ਬਾਬਾ ਜੀ ਅਟੈਂਡੈਂਸ ਲਵਾ ਰਹੇ ਨੇ ਆਪਣੀ। ਅਤੇ ਜੇ ਤਾਂ ਸਾਡੀ ਸੁਰਤ ਜੁੜੀ ਰਹਿ ਗਈ, ਸਮਝੋ ਲੱਗ ਗਈ ਪ੍ਰੈਜ਼ੈਂਟ। ਅਤੇ ਜੇ ਸਰੀਰ ਇੱਥੇ ਬੈਠਾ ਹੈ ਅਤੇ ਮਨ ਦੇ ਵਿੱਚ ਚੱਲਣ ਦਿਆ ਵੀ ਉਹ TV 'ਚ ਮੇਰਾ ਉਹ ਨਾਟਕ ਆਉਣ ਦਿਆ ਨਾ, ਲੰਘ ਚੱਲਿਆ ਜੇ, ਅਤੇ ਲੱਗ ਜਾਣੀ ਐਬਸੈਂਟ ਨਾ, ਫਿਰ ਐਬਸੈਂਟ ਲੱਗ ਜਾਣੀ ਹੈ। ਇਸੇ ਤਰ੍ਹਾਂ ਅਸੀਂ ਕਥਾ 'ਚ ਬੈਠੇ ਹਾਂ, ਕੀਰਤਨ 'ਚ ਬੈਠੇ ਹਾਂ, ਜੇ ਤਾਂ ਸੁਰਤ ਇੱਥੇ ਰਹਿ ਗਈ ਪ੍ਰੈਜ਼ੈਂਟ ਲੱਗ ਜਾਣੀ ਆ, ਅਤੇ ਜੇ ਕਿਤੇ ਹੋਰ ਭੱਜੀ ਅਤੇ ਐਬਸੈਂਟ ਲੱਗ ਜਾ। ਅਸੀਂ ਪ੍ਰੈਜ਼ੈਂਟ ਲਓ, ਜੇ ਸਰੀਰ ਕਰਕੇ ਆ ਹੀ ਗਏ ਆ ਇੰਨਾ ਟਾਈਮ ਕੱਢ ਕੇ, ਅਤੇ ਫਿਰ ਮਨ ਕਰਕੇ ਵੀ ਬਹਿ ਹੀ ਜਾਈਏ ਆਪਾਂ। ਤੋ ਸਤਿਗੁਰੂ ਜੀ ਰਹਿਮਤ ਕਰਨ। ਅੱਜ ਇਸ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨੀ ਆ। ਜਿੰਨੇ ਵੀ ਆਪਾਂ ਇੱਥੇ ਜੁੜ ਬੈਠੇ ਹਾਂ, ਸਤਿਗੁਰਾਂ ਨੇ ਸਾਨੂੰ ਬੜਾ ਪਾਵਨ ਗੁਰਮੰਤਰ ਬਖਸ਼ਿਆ। ਆਓ ਸਾਰੇ ਰਸਨਾ ਨੂੰ ਪਵਿੱਤਰ ਕਰੀਏ ਔਰ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾਂ। ਨਾਵੇਂ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਇਹ ਬਚਨ ਫਰਮਾਨ ਕਰਦੇ ਨੇ। ਅਤੇ ਬੱਚਿਓ, ਤੁਹਾਡੇ 'ਚ ਕੋਈ ਦੱਸ ਸਕਦਾ ਵੀ ਨੌਵੇਂ ਪਾਤਸ਼ਾਹ ਸਾਡੇ ਕਿਹੜੇ ਨੇ? ਛੋਟੇ ਬੱਚੇ, ਨੌਵੇਂ ਪਾਤਸ਼ਾਹ? ਹਾਂਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸ਼ਾਬਾਸ਼, ਬਹੁਤ ਸਿਆਣਾ ਬੱਚਾ ਹੈ। ਨੌਵੇਂ ਪਾਤਸ਼ਾਹ ਸਾਡੇ ਕਿਹੜੇ ਨੇ? ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸ਼ਾਬਾਸ਼। ਨੌਵੇਂ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ, ਗੌੜੀ ਮਹੱਲਾ ਨਾਵਾਂ। ਇਹਦਾ ਮਤਲਬ ਕੀ ਹੋਇਆ? ਗੌੜੀ ਰਾਗ ਅਤੇ ਕਿਹੜੇ ਸਤਿਗੁਰੂ ਦਾ ਬਚਨ ਆ? ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਨੌਵੇਂ ਪਾਤਸ਼ਾਹ ਦਾ ਇਹ ਬਚਨ। ਔਰ ਸਤਿਗੁਰੂ ਜੀ ਫਰਮਾਨ ਕਰਦੇ ਹਨ, ਮਨ ਰੇ ਕਹਾ ਭਇਓ ਤੈ ਬੌਰਾ। ਮਹਾਰਾਜ ਕਹਿੰਦੇ, ਹੇ ਮੇਰੇ ਮਨ, ਤੂੰ ਕਿੱਥੇ ਬੌਰਾ ਹੋਇਆ ਫਿਰਦਾ ਹੈ? ਕਿੱਥੇ ਪਾਗਲ? ਬੌਰੇ ਦਾ ਮਤਲਬ ਕੀ ਹੁੰਦਾ? ਝੱਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਮਨ ਰੇ ਕਹਾ ਭਇਓ ਤੈ ਬੌਰਾ। ਹੇ ਮੇਰੇ ਮਨ, ਤੂੰ ਕਿੱਥੇ ਪਾਗਲ ਹੋਇਆ ਫਿਰਦਾ ਹੈ? ਅਹਨਿਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹਉਰਾ। ਅਹਨਿਸ ਔਦ ਘਟੈ ਨਹੀਂ ਜਾਣੈ। ਜਿਹੜੇ ਸਹਿਜ ਪਾਠ ਕਰਦੇ, ਨਿਤਨੇਮ ਕਰਦੇ ਆ, ਛੋਟੇ ਛੋਟੇ ਸ਼ਬਦਾਂ ਦੇ ਨਾ ਜੀ ਅਸੀਂ ਅਰਥ ਯਾਦ ਕਰ ਲਈਏ, ਪਾਠ ਕਰਦਿਆਂ ਵੱਧ ਰਸ ਆਏਗਾ। ਅਹਨਿਸ, ਇਹ ਦਾ ਮਤਲਬ ਹੁੰਦਾ ਹੈ ਦਿਨ, ਅਤੇ ਨਿਸ ਦਾ ਮਤਲਬ ਹੁੰਦਾ ਹੈ ਰਾਤ। ਹੁਣ ਇਹ ਸ਼ਬਦ ਆਇਆ ਇਕੱਠਾ, ਅਹਨਿਸ, ਇਹਦਾ ਮਤਲਬ ਕੀ ਹੋ ਗਿਆ? ਦਿਨ ਅਤੇ ਰਾਤ। ਔਦ ਦਾ ਅਰਥ ਹੁੰਦਾ ਹੈ ਉਮਰ। ਮਹਾਰਾਜ ਕਹਿੰਦੇ ਅਹਨਿਸ ਔਦ ਘਟੈ, ਦਿਨ ਅਤੇ ਰਾਤ ਲੰਘ ਰਹੀ ਆ, ਸਾਡੀ ਉਮਰ ਵੀ ਘਟ ਰਹੀ ਆ।
ਅਹਨਿਸ ਔਦ ਘਟੈ ਨਹੀਂ ਜਾਣੈ। ਉਮਰ ਘਟ ਰਹੀ ਆ ਪਰ ਬੰਦਾ ਸਮਝਦਾ ਹੀ ਨਹੀਂ ਪਿਆ ਵੀ ਆਏ ਦਿਨ ਮੈਂ ਘਟਦਾ ਜਾ ਰਿਹਾ, ਆਏ ਦਿਨ ਮੈਂ ਮੌਤ ਵੱਲ ਵੱਧ ਰਿਹਾ, ਬੰਦਾ ਸਮਝਦਾ ਹੀ ਨਹੀਂ ਪਿਆ। ਅਹਨਿਸ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ। ਤੇ ਮਹਾਰਾਜ ਕਹਿੰਦੇ ਇਹ ਲੋਭ ਦੇ ਵਿੱਚ ਹੀ ਗਲਤਾਨ ਹੋਇਆ ਫਿਰਦਾ ਹੈ, ਲੋਭ ਕਰਕੇ ਆਤਮਿਕ ਤੌਰ 'ਤੇ ਕਮਜ਼ੋਰ ਹੋ ਚੁੱਕਾ ਹੈ। ਇਹ ਰਹਾਉ ਦੀ ਤੁਕ ਆ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਵੀ ਕਿਸੇ ਵੀ ਸ਼ਬਦ ਦੀ ਰਹਾਉ ਦੀ ਤੁਕ ਨਾ ਜੀ, ਉਹ ਕੇਂਦਰੀ ਭਾਵ ਹੁੰਦਾ ਹੈ। ਕੇਂਦਰੀ ਭਾਵ ਦਾ ਅਰਥ ਵੀ ਪੂਰੇ ਸ਼ਬਦ ਦਾ ਜਿਹੜਾ ਭਾਵ ਅਰਥ ਨਾ ਜੀ, ਉਸ ਰਹਾਉ ਦੀ ਤੁਕ ਦੇ ਵਿੱਚ ਲੁਕਿਆ ਹੁੰਦਾ ਹੈ, ਅਤੇ ਬਾਕੀ ਸਾਰਾ ਸ਼ਬਦ ਉਸ ਰਹਾਉ ਦੀ ਤੁਕ ਦੀ ਵਿਆਖਿਆ ਹੀ ਹੁੰਦੀ ਹੈ। ਇਸੇ ਕਰਕੇ ਜਦੋਂ ਕੀਰਤਨੀਏ ਕੀਰਤਨ ਕਰਦੇ ਨੇ ਨਾ ਜੀ, ਜਿਹੜੇ ਕੀਰਤਨ ਦੀ ਥੋੜ੍ਹੀ ਜਿਹੀ ਸੋਝੀ ਰੱਖਦੇ ਉਹਨਾਂ ਨੂੰ ਪਤਾ ਹੋਏਗਾ, ਇੱਕ ਹੁੰਦੀ ਆ ਸਥਾਈ, ਇੱਕ ਹੁੰਦਾ ਹੈ ਅੰਤਰਾ। ਪਤਾ ਨਾ ਸਥਾਈ ਕਿਹੜੀ ਹੁੰਦੀ ਆ? ਜਿਹੜਾ ਅਸੀਂ ਵਾਰ-ਵਾਰ ਕੀਰਤਨੀਏ ਰਿਪੀਟ ਕਰਦੇ ਨੇ, ਵਾਰ-ਵਾਰ ਰਿਪੀਟ ਕਰਦੇ। ਤੁਸੀਂ ਇੱਕ ਮਸ਼ਹੂਰ ਸ਼ਬਦ ਸੁਣਿਆ ਹੋਣਾ, ਭਾਈ ਨਿਰਮਲ ਸਿੰਘ ਜੀ ਦਾ ਬਾਬੀਹਾ ਅੰਮ੍ਰਿਤ ਵੇਲਾ ਬੋਲਿਆ, ਸੁਣਿਆ ਨਾ ਜੀ? ਇਹ ਪੰਕਤੀ ਕਿੰਨੀ ਵਾਰੀ ਰਿਪੀਟ ਕਰਦੇ ਨੇ? ਇਹ ਕੀ ਆ? ਸਥਾਈ ਆ ਉਸ ਸ਼ਬਦ ਦੀ। ਅਤੇ ਬਾਕੀ ਪੰਕਤੀਆਂ ਹੁੰਦੀਆਂ ਨੇ ਅੰਤਰਾ। ਰਹਾਉ ਦੀ ਤੁਕ ਬਹੁਤੀ ਵਾਰ ਕੀਰਤਨੀ ਸਥਾਈ ਰੂਪ 'ਚ ਪੜ੍ਹਦੇ ਨੇ। ਭਲਾ ਕਿਉਂ? ਉਹ ਵਾਰ-ਵਾਰ ਇਸ ਕਰਕੇ ਪੜ੍ਹਦੇ ਨੇ ਵੀ ਸਾਰਾ ਸ਼ਬਦ ਇਸ ਤੁਕਾਂ ਦੇ ਆਲੇ ਦੁਆਲੇ ਪ੍ਰਕਰਮਾ ਕਰ ਰਿਹਾ ਹੈ, ਭਾਵ ਸਾਰਾ ਭਾਵ ਅਰਥ ਉਹਨਾਂ ਤੁਕਾਂ ਦੇ ਵਿੱਚ ਲੁਕਿਆ ਹੋਇਆ। ਇਸ ਕਰਕੇ ਜਦੋਂ ਕਥਾਵਾਚਕ ਕਥਾ ਕਰਦੇ ਨੇ ਕਿਸੇ ਸ਼ਬਦ ਦੀ, ਫਿਰ ਉਹ ਰਹਾਉ ਦੀ ਤੁਕ 'ਤੇ ਥੋੜ੍ਹਾ ਟਾਈਮ ਰੁਕਦੇ ਨੇ। ਤੁਸੀਂ ਮੰਜੀ ਸਾਹਿਬ ਤੋਂ ਕਥਾ ਸੁਣੀ ਹੋਏਗੀ ਅਤੇ ਅਕਸਰ ਵੇਖਿਆ ਹੋਏਗਾ ਵੀ ਰਹਾਉ ਦੀ ਤੁਕ 'ਤੇ ਜਿਹੜੇ ਭਾਈ ਸਾਹਿਬ ਆਉਂਦੇ ਨੇ ਉਹ 30-35 ਮਿੰਟ ਉੱਥੇ ਹੀ ਰੁਕ ਕੇ ਵਿਚਾਰ ਕਰਦੇ ਨੇ। ਭਲਾ ਕਿਉਂ? ਕਿਉਂਕਿ ਸਾਰੇ ਸ਼ਬਦ ਦਾ ਭਾਵ ਉੱਥੋਂ ਸਮਝ ਲੱਗਣਾ ਹੁੰਦਾ। ਆਪਾਂ ਵੀ ਥੋੜ੍ਹਾ ਸਮਾਂ ਇੱਥੇ ਰੁਕ ਕੇ ਹੁਣ ਵਿਚਾਰ ਕਰਨੀ ਆ। ਮਹਾਰਾਜ ਰਹਾਉ ਦੀ ਤੁਕ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮਨ ਰੇ ਕਹਾ ਭਇਓ ਤੈ ਬੌਰਾ ਅਹਨਿਸ ਔਦ ਘਟੈ ਨਹੀਂ ਜਾਣੇ ਭਇਓ ਲੋਭ ਸੰਗ ਹੌਰਾ। ਮਹਾਰਾਜ ਕਹਿੰਦੇ ਆਏ ਦਿਨ ਤੇਰੀ ਉਮਰ ਘਟਦੀ ਜਾ ਰਹੀ ਆ ਅਤੇ ਤੂੰ ਲੋਭ ਦੇ ਵਿੱਚ ਬਾਵਰਾ ਹੋਇਆ ਫਿਰਦਾ। ਲੋਭ ਦਾ ਮਤਲਬ ਪਤਾ ਨਾ ਬੱਚੋ? ਲੋਭ ਦਾ ਮਤਲਬ ਕੀ ਹੁੰਦਾ ਹੈ? ਲੋਭ ਦਾ ਮਤਲਬ ਹੁੰਦਾ ਲਾਲਚ ਕਰਨਾ। ਡੈਡੀ ਨੇ 2 ਟੌਫੀਆਂ ਲੈ ਕੇ ਦੇਤੀਆਂ, ਮੈਨੂੰ ਤਾਂ ਲਾਲਚ ਆ, ਮੈਨੂੰ 10 ਚਾਹੀਦੀਆਂ ਨੇ। ਲਾਲਚ, ਇਹ ਲਾਲਚ ਹੁੰਦਾ ਹੈ ਨਾ। 15,000 ਮੇਰੀ ਤਨਖਾਹ ਏ ਅਤੇ ਮੈਨੂੰ ਲਾਲਚ ਆ ਵੀ 20-25,000 ਬਣ ਕੇ ਆ ਜੇ। ਆ ਜਿਹੜੇ ਵੀਰ ਵੱਖ-ਵੱਖ ਉਹਨਾਂ ਨੂੰ ਪੋਸਟਾਂ ਮਿਲੀਆਂ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਂ ਮਾਫੀ ਮੰਗ ਲਿਆ ਪਹਿਲਾਂ ਹੀ। ਜ਼ਿਆਦਾਤਰ ਆ ਪੁਲਿਸ ਵਾਲੇ ਜੇ 35,000 ਤਨਖਾਹ ਹੈ ਅਤੇ ਜੀਅ ਕਰਦਾ ਵੀ 2 ਨੰਬਰ ਦੇ ਬਣਾ ਕੇ 50-60,000 'ਤੇ ਤਾਂ ਪਹੁੰਚ ਹੀ ਜਾਈਏ ਨਾ। ਲਾਲਚ, ਇਹਨੂੰ ਲੋਭ ਕਹਿੰਦੇ ਨੇ। ਅਤੇ ਸਾਰੀ ਉਮਰ ਬੰਦਾ ਲੋਭ ਦੇ ਅਧੀਨ ਆਪਣੀ ਜ਼ਿੰਦਗੀ ਵਿਅਰਥ ਗਵਾ ਦਿੰਦਾ ਹੈ ਅਤੇ ਇਹਨੂੰ ਇਹ ਨਹੀਂ ਸਮਝ ਲੱਗਦੀ ਵੀ ਆਏ ਦਿਨ ਮੇਰੀ ਉਮਰ ਘਟਦੀ ਜਾ ਰਹੀ, ਮੈਂ ਤਾਂ ਇੱਕ ਦਿਨ ਮਰ ਜਾਣਾ ਅਤੇ ਕਿੱਥੇ ਲੈ ਕੇ ਚਲੇ ਜਾਣਾ ਮੈਂ ਇਹ ਪੈਸਾ। ਇਹ ਜੋ ਕੁਝ ਮੈਂ ਇਕੱਠਾ ਕਰ ਰਿਹਾ, ਇਹਨੂੰ ਸਮਝਣ ਵਾਸਤੇ ਥੋੜ੍ਹੇ ਹੋਰ ਬਚਨਾਂ ਦੇ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਲੈਣਾ ਚਾਹੁੰਦਾ। ਸ਼ਲੋਕ ਸੰਸਕ੍ਰਿਤੀ ਦੇ ਵਿੱਚ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਨਾ ਜੀ 5 ਵਿਕਾਰਾਂ ਦਾ ਜ਼ਿਕਰ ਕੀਤਾ, ਉਹਦੇ ਵਿੱਚੋਂ ਲੋਭ ਦਾ ਫਰਮਾਨ ਆਉਂਦਾ ਹੈ। ਮਹਾਰਾਜ ਕਹਿੰਦੇ ਹੈ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨਚ ਮਿਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਤ ਅਖਾਦ ਖਾਦਿਅੰ ਅਸਾਜਿਅੰ ਸਾਜ ਸਮਝਿਆ। ਮਹਾਰਾਜ ਕਹਿੰਦੇ ਹੈ ਲੋਭ, ਤੂੰ ਕਿਵੇਂ ਸਾਰੀ ਦੁਨੀਆ ਨੂੰ ਆਪਣੇ ਜਾਲ 'ਚ ਫਸਾਈ ਫਿਰਦਾ। ਤੁਸੀਂ ਦੇਖੋ ਜਿਹੜਾ ਬੰਦਾ ਲੋਭੀ ਅਤੇ ਲਾਲਚੀ ਹੁੰਦਾ ਹੈ ਨਾ ਜੀ, ਉਹਨੂੰ ਨਾ ਤਾਂ ਮਿੱਤਰਾਂ ਦੀ ਪਰਵਾਹ ਹੁੰਦੀ ਆ, ਨਾ ਰਿਸ਼ਤੇਦਾਰਾਂ ਦੀ ਪਰਵਾਹ ਹੁੰਦੀ ਆ, ਨਾ ਸਾਕ ਸੰਬੰਧੀਆਂ ਦੀ ਪਰਵਾਹ ਹੁੰਦੀ ਆ। ਇੱਥੋਂ ਤੱਕ ਲੋਭੀ ਬੰਦੇ ਨੂੰ ਆਪਣੇ ਪੰਥ ਅਤੇ ਕੌਮ ਦੀ ਵੀ ਪਰਵਾਹ ਨਹੀਂ ਹੁੰਦੀ। ਜਿਹੜੇ ਲਾਲਚੀ ਬੰਦੇ ਹੁੰਦੇ ਨੇ ਉਹ ਪੰਥ ਵੀ ਵੇਚ ਦਿੰਦੇ ਨੇ, ਸਿਰਫ ਚੰਦ ਪੈਸਿਆਂ ਦੀ ਖਾਤਰ ਪੰਥ ਨਾਲ ਵੀ ਗਦਾਰੀ ਕਰ ਦਿੰਦੇ ਨੇ। ਚੰਦ ਪੈਸਿਆਂ ਦੀ ਖਾਤਰ ਮਿੱਤਰਾਂ ਨੂੰ ਵੀ ਧੋਖਾ ਦੇ ਦਿੱਤਾ ਜਾਂਦਾ ਹੈ। ਚੰਦ ਪੈਸਿਆਂ ਦੀ ਖਾਤਰ ਭਰਾਵਾਂ ਦੇ ਨਾਲ ਵੀ ਵੰਡੀਆਂ ਕਰ ਲਈਆਂ ਜਾਂਦੀਆਂ ਨੇ ਅਤੇ ਚੰਦ ਪੈਸਿਆਂ ਦੀ ਖਾਤਰ ਲੋਕਾਂ ਨੂੰ, ਆਪਣੇ ਭਰਾਵਾਂ ਨੂੰ ਜਾਨੋਂ ਮਾਰਦੇ ਦੇਖਿਆ, ਜ਼ਮੀਨਾਂ ਦੇ ਲਾਲਚ ਕਰਕੇ ਦੇਖਿਆ ਆਪਾਂ। ਇੱਕ ਕਿੱਲਿਆਂ ਪਿੱਛੇ ਲੋਕਾਂ ਦੀ ਜਾਨ ਲੈਂਦੇ ਦੇਖਿਆ ਆਪਾਂ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਕਰਣੰ ਕਰੋਤ ਅਖਾਦ ਖਾਦਿਅੰ ਅਸਾਜਿਅੰ ਸਾਜ ਸਮਝਿਆ। ਲੋਭ ਦੇ ਅਧੀਨ ਹੋਇਆ ਬੰਦਾ ਨਾ ਜੀ, ਉਹ ਵੀ ਕੁਝ ਕਰਦਾ ਜੋ ਇਹਨੂੰ ਕੁਝ ਨਹੀਂ ਕਰਨਾ ਚਾਹੀਦਾ। ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਨਾ। ਲਾਲਚ ਦੇ ਅਧੀਨ ਬੰਦਾ ਕਿਸੇ ਦੀ ਜਾਨ ਵੀ ਲੈ ਲੈਂਦਾ।
ਕਿਸੇ ਨੂੰ ਠੱਗਣਾ ਨਹੀਂ ਚਾਹੀਦਾ। ਲਾਲਚ ਅਧੀਨ ਬੰਦਾ ਕਿਸੇ ਨੂੰ ਠੱਗ ਵੀ ਲੈਂਦਾ ਹੈ। ਕਿਸੇ ਤੇ ਧੱਕਾ ਨਹੀਂ ਕਰਨਾ ਚਾਹੀਦਾ। ਲਾਲਚ ਵਸ ਹੋਇਆ ਬੰਦਾ ਕਿਸੇ ਤੇ ਧੱਕਾ ਵੀ ਕਰ ਦਿੰਦਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਇਹ ਫਰਮਾਨ ਕੀਤਾ ਗਿਆ ਹੈ ਕਿ ਭਾਈ ਜਿੱਥੋਂ ਤੱਕ ਵਸ ਚੱਲੇ ਨਾ, ਭੁੱਲ ਕੇ ਵੀ ਲੋਭੀ ਦਾ ਵਸਾ ਨਾ ਖਾਇਓ। ਲੋਭੀ ਕਾ ਵੇਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਆ ਗੱਲ ਬੜੀ ਧਿਆਨ ਦੇ ਕੇ ਸੁਣਿਓ। ਆ ਬੱਚਿਆਂ ਨੂੰ ਥੋੜ੍ਹਾ ਚੁੱਪ ਕਰਾਓ ਜੀ। ਬੱਚੇ ਤੂੰ ਸ੍ਰੀ ਸਾਹਿਬ ਭਾਈ, ਤੂੰ ਸਿਆਣਾ ਬੱਚਾ ਬਣ ਨਾ। ਵੇਖ ਬਾਕੀ ਸਾਰੇ ਬੱਚੇ ਦੇਖ ਚੁੱਪ ਕਰਕੇ ਬੈਠੇ ਆ। ਮਹਾਰਾਜ ਕਹਿੰਦੇ ਲੋਭੀ ਕਾ ਵੇਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਸ ਚੱਲੇ ਨਾ, ਭੁੱਲ ਕੇ ਵੀ ਲੋਭੀ ਦਾ ਵਿਸਾਹ ਨਹੀਂ ਕਰਨਾ। ਮਹਾਰਾਜ ਲੋਭੀ ਤੇ ਭਰੋਸਾ ਕਿਉਂ ਨਹੀਂ ਕਰਨਾ? ਲੋਭੀ ਦਾ ਵਿਸਾਹ ਕਿਉਂ ਨਹੀਂ ਖਾਣਾ? ਤੇ ਮਹਾਰਾਜ ਜਵਾਬ ਦਿੰਦੇ ਨੇ, ਕਹਿੰਦੇ ਲੋਭੀ ਕਾ ਵੇਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਕਿਉਂ ਵਿਸਾਹ ਨਹੀਂ ਖਾਣਾ? ਕਿਉਂਕਿ ਅੰਤ ਕਾਲ ਤਿੱਥੈ ਤੋ ਹੈ, ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ ਦਾ ਵਿਸਾਹ ਇਸ ਕਰਕੇ ਨਹੀਂ ਖਾਣਾ ਕਿਉਂਕਿ ਲੋਭੀ ਬੰਦਾ ਸਾਨੂੰ ਉੱਥੇ ਧੋਖਾ ਦੇਵੇਗਾ ਜਿੱਥੇ ਕੋਈ ਮਦਦ ਵੀ ਨਹੀਂ ਕਰ ਸਕਦਾ। ਉੱਥੇ ਧੋਖਾ ਦੇ ਜਾਂਦਾ ਜੇ। ਤੇ ਇਹਦੀ ਸਭ ਤੋਂ ਸੌਖੀ ਜੀ ਉਦਾਹਰਨ ਲੈ ਲਿਆ। ਸੌਖੀ ਜੀ ਉਦਾਹਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ, ਤੇ ਇੱਕ ਐਸਾ ਮਨੁੱਖ ਉਸ ਪਰਿਵਾਰ ਦੇ ਵਿੱਚ ਨੌਕਰੀ ਕਰਦਾ ਜਿਹਦੇ ਤੇ ਮਹਾਰਾਜ ਨੇ ਬਖਸ਼ਿਸ਼ ਬੜੀ ਕੀਤੀ ਆ। ਉਹਨੂੰ ਕਿਰਤ ਤੇ ਕੀਤਾ, ਉਹਨੂੰ ਧਨ ਦੌਲਤ ਦਿੱਤੀ ਆ, ਉਹਨੂੰ ਰੋਟੀ ਦਿੱਤੀ ਆ, ਉਹਨੂੰ ਸਹਾਰਾ ਦਿੱਤਾ, ਉਹਨੂੰ ਸਹੂਲਤਾਂ ਦਿੱਤੀਆਂ ਨੇ। ਤੇ ਜਿਸ ਮਨੁੱਖ ਵਾਸਤੇ ਇੰਨਾ ਕੁਝ ਕੀਤਾ, ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਜਦੋਂ ਦੁਨਿਆਵੀ ਤੌਰ ਤੇ ਵਿਪਤਾ ਆਈ ਨਾ ਜੀ, ਪਰਿਵਾਰ ਵਿਛੋੜਾ ਹੋਇਆ। ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹ ਵਿਛੜੇ ਨੇ ਔਰ ਇਹ ਚਮਕੌਰ ਦੀ ਗੜੀ ਨੂੰ ਚੱਲ ਪਏ ਨੇ, ਕੋਟਲਾ ਨਿਹੰਗ ਹੁੰਦਿਆਂ ਹੋਇਆ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਔਰ ਭਾਈ ਮਣੀ ਸਿੰਘ ਜੀ, ਇਹ ਦਿੱਲੀ ਨੂੰ ਚੱਲ ਪਏ ਨੇ। ਔਰ ਤੀਜੇ ਪਾਸੇ ਮਾਤਾ ਗੁਜਰ ਕੌਰ ਔਰ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਹ ਤੀਜਾ ਹਿੱਸਾ ਪਰਿਵਾਰ ਵਿਛੜਿਆ। ਤੇ ਇਹਨਾਂ ਨੂੰ ਉਹ ਮਨੁੱਖ ਜਿਹਨੂੰ ਸਤਿਗੁਰਾਂ ਨੇ ਸਹਾਰਾ ਦਿੱਤਾ, ਜਿਹਨੂੰ ਸਤਿਗੁਰਾਂ ਨੇ ਰੋਟੀ ਦਿੱਤੀ, ਜਿਹਨੂੰ ਸਤਿਗੁਰਾਂ ਨੇ ਨੌਕਰੀ ਦਿੱਤੀ, ਕੀ ਨਾਮ ਹੈ ਜੀ ਉਸ ਮਨੁੱਖ ਦਾ? ਗੰਗੂ ਬ੍ਰਾਹਮਣ। ਉਹ ਗੰਗੂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਲੈ ਗਿਆ ਜੀ। ਲੋਭੀ ਕਾਵੇ ਸਾਹੋ ਨਾ ਕੀਜੈ, ਆਪਣੇ ਪਿੰਡ ਖੇੜੀ ਲੈ ਗਿਆ। ਤੇ ਜਦੋਂ ਉਹਨਾਂ ਦੇ ਘਰ ਰਾਤ ਟਿਕਾਣਾ ਕੀਤਾ ਹੈ ਨਾ ਜੀ, ਇਤਿਹਾਸ ਦੱਸਦਾ ਰਾਤ ਨੂੰ ਉਸ ਗੰਗੂ ਬ੍ਰਾਹਮਣ ਨੇ ਲਾਲਚ ਦੇ ਅਧੀਨ ਹੋ ਕੇ ਮੋਹਰਾਂ ਵੀ ਚੋਰੀ ਕੀਤੀਆਂ ਨੇ। ਤੁਸੀਂ ਜਾਣਦੇ ਹੋ ਲੋਭੀ ਕਾ ਵੇਸਾਹੋ ਨਾ ਕੀਜੈ। ਵੇਖੋ ਲੋਭ ਕਿੱਥੇ ਬੰਦੇ ਨੂੰ ਕਿੱਥੋਂ ਤੱਕ ਕੀ ਕੰਮ ਕਰਾ ਦਿੰਦਾ। ਤੇ ਉਹ ਵੀ ਕੁਝ ਕਰ ਜਾਂਦਾ ਜੋ ਕੁਝ ਨਹੀਂ ਕਰਨਾ ਚਾਹੀਦਾ। ਜਿਸ ਗੁਰ ਪਰਿਵਾਰ ਨੇ ਇੰਨੀਆਂ ਸਹੂਲਤਾਂ ਦਿੱਤੀਆਂ, ਜੋ ਉਸੇ ਪਰਿਵਾਰ ਨੂੰ ਧੋਖਾ ਦੇ ਰਿਹਾ ਹੈ। ਇਕੱਲਾ ਇੰਨਾ ਹੀ ਬਸ ਨਹੀਂ। ਚਲੋ ਮਾਤਾ ਜੀ ਨੂੰ ਪਤਾ ਲੱਗਾ, ਇਹ ਗੱਲ ਤਾਂ ਨਜ਼ਰਅੰਦਾਜ਼ ਕਰ ਦਿੱਤੀ, ਪਰ ਇੰਨਾ ਹੀ ਬਸ ਨਹੀਂ। ਇਨਾਮ ਦੀ ਖਾਤਰ, ਚੰਦ ਪੈਸਿਆਂ ਦੀ ਖਾਤਰ ਉਹੀ ਗੰਗੂ ਬ੍ਰਾਹਮਣ ਮੁਰਿੰਡੇ ਜਾਂਦਾ ਹੈ ਔਰ ਮੁਰਿੰਡੇ ਜਾ ਕੇ ਉਸ ਕੋਤਵਾਲੀ ਦੇ ਵਿੱਚ ਸ਼ਿਕਾਇਤ ਕਰਦਾ ਹੈ ਕਿ ਗੁਰੂ ਦੇ ਛੋਟੇ ਬੱਚੇ ਮੇਰੇ ਘਰ ਰੁਕੇ ਨੇ, ਆ ਕੇ ਗ੍ਰਿਫਤਾਰ ਕਰ ਲਿਓ। ਦੇ ਗਿਆ ਨਾ ਧੋਖਾ। ਤੇ ਦਿੱਤਾ ਉੱਥੇ ਜਿੱਥੇ ਕੋਈ ਮਦਦ ਵੀ ਨਹੀਂ ਕਰ ਸਕਦਾ। ਅੰਤਕਾਲ ਤਿੱਥੈ ਤੋ ਹੈ, ਜਿੱਥੇ ਹੱਥ ਨਾ ਪਾਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਲੋਭੀ ਦਾ ਭੁੱਲ ਕੇ ਵੀ ਵਿਸਾਹ ਨਾ ਕਰਿਓ, ਕੋਈ ਪਤਾ ਨਹੀਂ ਕਿੱਥੇ ਉਹ ਧੋਖਾ ਦੇ ਜਾਵੇ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਬ ਲੱਜਿਆ। ਇੱਥੇ ਮੈਂ ਬੇਨਤੀ ਜ਼ਰੂਰ ਕੀਤੀ ਆ ਵੀ ਲੋਭੀ ਦਾ ਵਿਸ਼ਵਾਸ ਨਹੀਂ ਕਰਨਾ, ਪਰ ਇੱਕ ਸੱਚੀ ਗੱਲ ਜੇ, ਤੁਹਾਨੂੰ ਪਤਾ ਸੱਚੇ ਬੰਦਿਆਂ ਨੂੰ ਧੋਖਾ ਹੋ ਹੀ ਜਾਂਦਾ। ਭਲਾ ਕਿਉਂ? ਕਿਉਂਕਿ ਸੱਚੇ ਬੰਦੇ ਨਾ ਜੀ ਵਾਰ-ਵਾਰ ਵਿਸ਼ਵਾਸ ਕਰਦੇ ਨੇ। ਸੱਚੇ ਬੰਦੇ ਵਾਰ-ਵਾਰ ਭਰੋਸਾ ਕਰਨਗੇ। ਪਤਾ ਕਿਉਂ? ਸੱਚੇ ਬੰਦੇ ਵਾਰ-ਵਾਰ ਭਰੋਸਾ ਪਤਾ ਕਿਉਂ ਕਰਦੇ ਨੇ? ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਚੰਗੇ ਬੰਦੇ ਨੂੰ ਨਾ ਸਾਰੇ ਚੰਗੇ ਹੀ ਜਾਪਦੇ ਨੇ। ਉਹਨੂੰ ਐਂ ਲੱਗਦਾ ਵੀ ਇਹ ਥੋੜ੍ਹਾ ਮੇਰੇ ਨਾਲ ਧੋਖਾ ਕਰ ਲਏਗਾ ਯਾਰ, ਇਹ ਥੋੜ੍ਹਾ ਮੇਰਾ ਬੁਰਾ ਕਰ ਲਏਗਾ। ਚੰਗਾ ਬੰਦਾ ਸਾਰਿਆਂ ਨੂੰ ਚੰਗਾ ਹੀ ਸਮਝੇਗਾ, ਮਾੜਾ ਬੰਦਾ ਸਾਰਿਆਂ ਨੂੰ ਮਾੜਾ ਹੀ ਸਮਝੇਗਾ। ਜਿਹੋ ਜਿਹਾ ਬੰਦਾ ਆਪ ਹੋਵੇਗਾ ਨਾ ਜੀ, ਉਹ ਪਹਿਲੀ ਨਜ਼ਰ ਦੇ ਵਿੱਚ, ਹਾਂ ਕਈ ਵਾਰੀ ਤਜਰਬਿਆਂ ਦੇ ਨਾਲ ਸਮਝ ਲੱਗ ਜਾਂਦੀ ਆ ਵੀ ਜਿਹਦੇ 'ਤੇ ਮੈਂ ਭਰੋਸਾ ਕੀਤਾ ਉਹ ਤਾਂ ਧੋਖੇਬਾਜ਼ ਨਿਕਲਿਆ, ਤਜਰਬਿਆਂ ਨਾਲ ਸਮਝ ਲੱਗ ਜਾਂਦੀ ਆ। ਪਰ ਪਹਿਲੀ ਨਜ਼ਰ ਦੇ ਵਿੱਚ ਸੱਚਾ ਬੰਦਾ ਨਾ ਜੀ ਵਾਰ-ਵਾਰ ਭਰੋਸਾ ਕਰੇਗਾ। ਇਹ ਇੱਕ ਕਹਾਣੀ ਸੁਣਾਈ ਜਾਂਦੀ ਆ ਜੀ, ਪ੍ਰਚਲਿਤ ਆ ਪੁਰਾਣੀ।
ਕਹਿੰਦੇ ਨੇ ਵੀ ਇੱਕ ਰੁੱਖ ਆ ਜੀ, ਰੁੱਖ ਦੇ ਥੱਲੇ ਕੁਝ ਬੰਦੇ ਸੁੱਤੇ ਪਏ ਨੇ, ਤੇ ਇੰਨੀ ਦੇਰ ਨੂੰ ਹਨੇਰੀ ਆਈ, ਹਵਾ ਚੱਲੀ, ਤੇਜ਼ ਹਵਾ ਚੱਲੀ, ਤੇ ਉਹ ਰੁੱਖ ਦੇ ਪੱਤੇ ਨਾ ਜੀ ਆਪਸ ਦੇ ਵਿੱਚ ਵੱਜਣ ਲੱਗੇ। ਮੈਂ ਬੇਨਤੀ ਕਰ ਰਿਹਾ, ਜਿਹੋ ਜਿਹਾ ਬੰਦੇ ਦਾ ਅੰਦਰ ਹੋਵੇਗਾ ਉਹਨੂੰ ਬਾਹਰ ਵੀ ਉਹੀ ਕੁਝ ਦਿਖੇਗਾ। ਰੋਗੀ ਨੂੰ ਸਾਰੇ ਰੋਗੀ ਦਿਖਣਗੇ, ਦੁਖੀਏ ਨੂੰ ਸਾਰੇ ਦੁਖੀ ਦਿਖਣਗੇ, ਸੁਖੀਏ ਨੂੰ ਸਾਰੇ ਸੁਖੀ ਦਿਖਣਗੇ, ਚੰਗੇ ਨੂੰ ਸਾਰੇ ਚੰਗੇ ਦਿਖਣਗੇ, ਮਾੜੇ ਨੂੰ ਸਾਰੇ ਮਾੜੇ ਦਿਖਣਗੇ। ਕਹਿੰਦੇ ਵੀ ਹਵਾ ਚੱਲੀ ਤੇ ਉਸ ਰੁੱਖ ਦੇ ਥੱਲੇ ਨਾ ਜੀ ਇੱਕ ਉਹ ਮਨੁੱਖ ਸੁੱਤਾ ਪਿਆ ਜਿਹੜਾ ਘਰੋਂ ਲੜ ਕੇ ਆਇਆ ਹੈ। ਘਰ ਦੀ ਨਾਲ ਲੜ ਕੇ ਆਇਆ ਹੋਣਾ, ਚੰਗੀ ਤੂੰ ਮੈਂ ਹੋਈ ਹੋਣੀ ਆ, ਤੇ ਲੜ ਕੇ ਆਇਆ। ਕਹਿੰਦਾ ਯਾਰ ਘਰੇ ਤਾਂ ਸੁੱਖ ਹੀ ਨਹੀਂ ਹੈਗਾ, ਮੈਂ ਤਾਂ ਬਾਹਰ ਹੀ ਜਾ ਕੇ ਪੈ ਜਾਣਾ ਕਿਤੇ। ਰੁੱਖ ਥੱਲੇ ਆ ਕੇ ਪੈ ਗਿਆ। ਜਦੋਂ ਰੁੱਖ ਥੱਲੇ ਆ ਕੇ ਪਿਆ, ਹਨੇਰੀ ਚੱਲੀ, ਹਵਾ ਚੱਲੀ, ਪੱਤੇ ਆਪਸ ਦੇ ਵਿੱਚ ਵੱਜਦੇ ਪਏ ਨੇ, ਉਹਦੀ ਜਾਗ ਖੁੱਲੀ ਤੇ ਉੱਠ ਕੇ ਪਤਾ ਕੀ ਕਹਿੰਦਾ ਮੈਂ ਘਰੋਂ ਲੜ ਕੇ ਆਇਆ, ਮੈਨੂੰ ਤਾਂ ਲੱਗਦਾ ਸੀ ਮੈਂ ਹੀ ਲੜਦਾ ਹੈ, ਇਹ ਤਾਂ ਪੱਤੇ ਵੀ ਆਪਸ 'ਚ ਲੜੀ ਜਾਂਦੇ ਨੇ, ਲੈ ਵੱਜੀ ਆਪਸ 'ਚ ਹੀ ਖਈ ਜਾਂਦੇ, ਆਪਸ 'ਚ ਹੀ ਵੱਜੀ ਜਾਂਦੇ ਨੇ। ਹੁਣ ਖੁਦ ਲੜ ਕੇ ਆਇਆ, ਉਹਨੂੰ ਬਾਹਰ ਵੀ ਸਾਰੇ ਲੜਾਕੂ ਹੀ ਦਿਖਦੇ ਪਏ ਨੇ, ਪੱਤੇ ਆਪਸ 'ਚ ਵੱਜਦੇ ਪਏ। ਕਹਿੰਦਾ ਲੈ ਪੱਤੇ ਵੀ ਲੜੀ ਜਾਂਦੇ, ਇਹ ਤਾਂ ਕੁਦਰਤ ਵੀ ਮੈਂ ਸੋਚਦਾ ਸੀ ਮੈਂ ਹੀ ਲੜਦਾ, ਸਾਰੇ ਹੀ ਲੜਦੇ ਨੇ। ਜਿਹੋ ਜਿਹਾ ਬੰਦਾ ਆਪ ਉਹਨੂੰ ਸਾਰੇ ਉਵੇਂ ਦੇ ਹੀ ਦਿਖਦੇ ਨੇ ਪਹਿਲੀ ਨਜ਼ਰ 'ਚ। ਫਿਰ ਕਹਿੰਦੇ ਨੇ ਵੀ ਦੂਸਰੇ ਬੰਦੇ ਦੀ ਵੀ ਜਾਗ ਖੁੱਲ੍ਹ ਗਈ, ਤੇ ਉਹ ਬੰਦਾ ਕੌਣ ਸੀ? ਇੱਕ ਸੰਗੀਤਕਾਰ ਸੀ, ਕੀਰਤਨ ਕਰਨ ਵਾਲਾ ਸੀ। ਤੇ ਉਹ ਉੱਠਿਆ, ਉਹਨੇ ਵੇਖਿਆ ਪੱਤੇ ਆਪਸ ਦੇ ਵਿੱਚ ਵੱਜਦੇ ਨੇ, ਤੇ ਕਹਿੰਦਾ ਰੱਬਾ ਮੈਂ ਸੋਚਦਾ ਸੀ ਵੀ ਕੀਰਤਨ ਮੈਂ ਹੀ ਕਰਦਾ, ਸਾਜ਼ ਇਕੱਲੇ ਮੈਂ ਹੀ ਵਜਾਉਂਦਾ, ਵੇਖ ਰੁੱਖ ਵੀ ਸਾਜ਼ ਵਜਾਈ ਜਾਂਦੇ ਆ, ਪੱਤੇ ਆਪਸ 'ਚ ਵੱਜਦੇ ਪਏ, ਐਂ ਲੱਗਦਾ ਜਿਵੇਂ ਸਾਜ਼ ਵੱਜੀ ਜਾ ਰਹੇ ਆ। ਹੁਣ ਜਿਹੜਾ ਅੰਦਰ ਕੀਰਤਨ ਨਾਲ ਜੁੜਿਆ, ਰਾਗ ਨਾਲ ਜੁੜਿਆ, ਉਹਨੂੰ ਬਾਹਰ ਵੀ ਰਾਗ ਹੀ ਸੁਣਾਈ ਦੇ ਰਹੇ ਨੇ। ਤੇ ਇੱਕ ਤੀਸਰਾ ਬੰਦਾ ਉੱਠਿਆ, ਉਹ ਸਾਧੂ ਸੀ, ਧਰਮੀ ਸੀ। ਉਹਨੇ ਵੇਖਿਆ ਵੀ ਜਦੋਂ ਉਹ ਹਨੇਰੀ ਦੇ ਕਰਕੇ ਪੱਤੇ ਆਪਸ ਦੇ ਵਿੱਚ ਵੱਜਣ ਦੇ ਨੇ, ਤੇ ਵੱਜਦਿਆਂ ਕੁਝ ਪੱਤੇ ਥੱਲੇ ਝੜ ਗਏ, ਤੇ ਉਹ ਸੋਚਦਾ ਪਿਆ ਵੀ ਕਈ ਪੱਤੇ ਖਿੜਦੇ ਨੇ, ਕਈ ਟੁੱਟ ਕੇ ਡਿੱਗ ਜਾਂਦੇ ਨੇ। ਮੇਰੇ ਮਨਾ, ਤੂੰ ਵੀ ਕਦੀ ਜੰਮਿਆ ਸੀ, ਇੱਕ ਦਿਨ ਤੂੰ ਵੀ ਇਸ ਤਰ੍ਹਾਂ ਹੀ ਟੁੱਟ ਕੇ ਖਾਕ ਹੋ ਜਾਣਾ ਹੈ। ਧਰਮੀ ਬੰਦੇ ਨੂੰ ਬਾਹਰੋਂ ਵੀ ਧਰਮੀ ਸਮਝ ਲੱਗਣ ਦਿਆ ਜੇ। ਜਿਹੜਾ ਧਰਮੀ ਹੋਵੇਗਾ ਨਾ ਜੀ, ਉਹਨੂੰ ਬਾਹਰੋਂ ਵੀ ਧਰਮੀ ਮਿਲੇਗਾ, ਤੇ ਜਿਹੜਾ ਅੰਦਰ ਵਕਾਰੀ ਹੋਵੇਗਾ ਨਾ ਜੀ, ਕਈ ਵਾਰੀ ਅਸੀਂ ਗੱਲ ਕਰਦੇ ਹਾਂ ਨਾ ਜੀ, ਕਈ ਵਾਰੀ ਕੋਈ ਗੱਲ ਕਰਦਾ ਹੈ, ਤੇ ਮੈਂ ਦੇਖਿਆ ਵੀ ਜੇ ਉਹਦੀ ਖੁਦ ਦੀ ਮਾੜੀ ਸੋਚ ਆ ਨਾ ਜੀ, ਉਹ ਬਾਹਰਲੀ ਗੱਲ ਦੇ ਵੀ ਅਰਥ ਵੀ ਗਲਤ ਹੀ ਲੈ ਜਾਂਦਾ, ਗਲਤ ਲੈ ਜਾਏਗਾ। ਕਿਉਂਕਿ ਉਹਦੀ ਆਪਦੀ ਸੋਚ ਮਾੜੀ ਆ ਨਾ। ਤੇ ਜੇ ਉਹਦੀ ਆਪਦੀ ਸੋਚ ਚੰਗੀ ਹੋਏਗੀ ਨਾ, ਤੇ ਮਹਾਰਾਜ ਕਹਿੰਦੇ ਜਿਉਂ ਕਾਮੀ ਕਾਮ ਲੁਭਾਏ, ਮਹਾਰਾਜ ਤਾਂ ਕਾਮੀਆਂ ਤੋਂ ਵੀ ਸਿਖਾ ਰਹੇ ਨੇ। ਕਹਿੰਦੇ ਜਿਵੇਂ ਇੱਕ ਕਾਮੀ ਕਾਮ ਦੇ ਵਿੱਚ ਮਗਨ ਹੋ ਜਾਂਦਾ ਹੈ ਨਾ, ਇੱਕ ਭਗਤ ਪ੍ਰਮਾਤਮਾ ਦੀ ਭਗਤੀ 'ਚ ਮਗਨ ਹੋ ਜਾਂਦਾ ਹੈ। ਜਿਵੇਂ ਅਮਲੀ ਬੰਦਾ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇੱਕ ਧਰਮੀ ਬੰਦਾ ਧਰਮ ਤੋਂ ਬਿਨਾਂ ਨਹੀਂ ਰਹਿ ਸਕਦਾ, ਪਰਮਾਤਮਾ ਦਾ ਭਗਤ ਉਹਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਹੜਾ ਅੰਦਰੋਂ ਧਰਮੀ ਹੋਵੇਗਾ, ਉਹ ਹਰ ਕਿਸੇ ਚੀਜ਼ 'ਚੋਂ ਧਰਮ ਹੀ ਸਿੱਖੇਗਾ, ਹਰ ਕਿਸੇ 'ਚੋਂ ਚੰਗਾ ਹੀ ਦੇਖੇਗਾ। ਤੇ ਜਿਹੜੇ ਚੰਗੇ ਬੰਦੇ ਹੁੰਦੇ ਨੇ ਨਾ, ਉਹ ਸਾਰਿਆਂ ਨੂੰ ਚੰਗਾ ਸਮਝਦੇ ਨੇ ਤੇ ਧੋਖਾ ਖਾ ਜਾਂਦੇ ਨੇ। ਬੜੇ ਧੋਖੇ ਖਾਣ ਤੋਂ ਬਾਅਦ ਫਿਰ ਤਜਰਬਾ ਕਰਦੇ ਜੀ ਫਲਾਣੇ ਬੰਦੇ ਧੋਖੇਬਾਜ਼ ਹੀ ਨੇ, ਬਚ ਕੇ ਰਹੋ। ਪਹਿਲੀ ਨਜ਼ਰ ਦੀ ਗੱਲ ਕਰ ਰਹੇ ਹਾਂ। ਇਸ ਕਰਕੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਭਲਿਓ ਜਿਹੜੇ ਮਨੁੱਖ ਲੋਭੀ ਨੇ ਨਾ, ਲਾਲਚੀ ਨੇ ਨਾ, ਉਹ ਕਿਤੇ ਵੀ ਧੋਖਾ ਦੇ ਸਕਦੇ ਨੇ। ਲਾਲਚ ਦੇ ਅਧੀਨ ਬੰਦਾ ਕੋਈ ਪਤਾ ਨਹੀਂ ਕਿ ਇੱਕ ਕਿੱਲੇ ਪਿੱਛੇ ਤੇਰੀ ਜਾਨ ਵੀ ਲੈ ਲਵੇ, ਕੋਈ ਪਤਾ ਨਹੀਂ, ਲਾਲਚੀ ਹੈ ਨਾ। ਤੇ ਅਸੀਂ, ਸਾਡੀ ਕੌਮ ਨੇ ਨਾ ਜੀ, ਇਸ ਲੋਭੀਆਂ ਕਰਕੇ ਬੜਾ ਨੁਕਸਾਨ ਖਾਧਾ ਜੀ। ਲੋਭੀ ਕਾਬਜ ਹੋ ਕੇ ਬਹਿ ਗਏ ਨੇ ਨਾ, ਪੰਥ ਵੇਚਿਆ ਇਹਨਾਂ ਨੇ। ਲਾਲਚ ਅਧੀਨ ਹੋਏ ਬੰਦਿਆਂ ਨੇ ਹੀ ਚੰਦ ਪੈਸਿਆਂ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਜੇ, ਕੀਤੀ ਆ ਨਾ। ਤੇ ਉਹਨਾਂ ਨੇ ਕੀਤੀ ਸੋ ਕੀਤੀ, ਲਾਲਚੀ ਬੰਦਿਆਂ ਨੇ ਚੰਦ ਪੈਸਿਆਂ ਦੀ ਖਾਤਰ ਮੋਰਚੇ ਵੀ ਵੇਚ ਦਿੱਤੇ, ਕੌਮ ਵੀ ਵੇਚ ਦਿੱਤੀ। ਮਿਲ ਗਏ ਸਰਕਾਰਾਂ ਨਾਲ, ਕਿੰਨੇ ਸੰਘਰਸ਼ ਹੋਏ, ਕਿੰਨੇ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ। ਚੰਦ ਲੋਭੀਆਂ ਨੇ ਕੁਝ ਰਾਜ ਦੀ ਖਾਤਰ, ਕੁਰਸੀਆਂ ਦੀ ਖਾਤਰ, ਚੰਦ ਪੈਸਿਆਂ ਦੀ ਖਾਤਰ ਪੰਥੀ ਵੇਚਤਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਨਚ ਮਿੱਤਰੰ ਨਚ ਇਸ਼ਟੰ। ਇਸ਼ਟੰ ਦਾ ਮਤਲਬ ਇਸ਼ਟ, ਕੌਮ, ਧਰਮ। ਲਾਲਚੀ ਬੰਦੇ ਧਰਮ ਦੀ ਪਰਵਾਹ ਨਹੀਂ ਕਰਦੇ, ਲਾਲਚੀ ਬੰਦੇ ਮਾਤਾ ਪਿਤਾ ਦੀ ਪਰਵਾਹ ਵੀ ਨਹੀਂ ਕਰਦੇ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰੰ। ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕਰੋਤ, ਜੋ ਨਹੀਂ ਕਰਨਾ ਚਾਹੀਦਾ ਸੀ ਉਹ ਵੀ ਕਰਦੇ ਨੇ ਲਾਲਚੀ ਬੰਦੇ।
ਅਕਰਣੰ ਕਰੋਤ ਅਖਾਦ ਖਾਦਿਆਂ ਅਸਾਜਿਅੰ ਸਾਜ ਸਮਝਿਆ ਤਰਾਹੇ ਤਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਨਰ ਹਰਹੇ। ਹੇ ਪਰਮਾਤਮਾ ਮੈਂ ਤੇਰੀ ਸ਼ਰਣੀ ਆਇਆ, ਤੂੰ ਕਿਰਪਾ ਕਰਕੇ ਮੈਨੂੰ ਇਸ ਲੋਭ ਤੋਂ ਬਚਾ ਲੈ, ਕਿਉਂਕਿ ਤੂੰ ਇਹ ਗੱਲ ਸਮਝਾ ਦਿੱਤੀ ਆ, ਐਹਨਿਸ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ। ਰਹਾਉ ਦੀ ਤੁਕ। ਆਏ ਦਿਨ ਉਮਰ ਘਟਦੀ ਜਾ ਰਹੀ ਆ ਤੇ ਬੰਦਾ ਵੱਧ ਲਾਲ, ਜਿਵੇਂ ਜਿਵੇਂ ਦਿਨ ਵੱਧਦੇ ਬੰਦੇ ਦੀਆਂ ਇਛਾਵਾਂ ਵੱਧ ਰਹੀਆਂ, ਜਿਵੇਂ ਜਿਵੇਂ ਵੱਡਾ ਹੋ ਰਿਹਾ, ਜਿਵੇਂ ਜਿਵੇਂ ਉਮਰ ਘਟ ਰਹੀ ਆ, ਇਹਦੀਆਂ ਇਛਾਵਾਂ ਵੱਧਦੀਆਂ ਜਾ ਰਹੀਆਂ ਨੇ। ਕਦੀ ਇਹ ਸ਼ੌਂਕ ਹੁੰਦਾ ਸੀ ਮੈਂ ਸਾਈਕਲ ਲੈਣਾ ਹੈ, ਤੇ ਹੌਲੀ ਹੌਲੀ ਇਹ ਲਾਲਚ ਆ ਗਿਆ ਹੁਣ ਮੈਂ ਮੋਟਰਸਾਈਕਲ ਲੈਣਾ ਹੈ, ਹੌਲੀ ਹੌਲੀ ਲਾਲਚ ਆ ਗਿਆ ਮੈਂ ਬੁਲਟ ਲੈਣਾ ਹੈ, ਹੌਲੀ ਹੌਲੀ ਲਾਲਚ ਆ ਗਿਆ ਮੈਂ ਤਾਂ ਵੱਡੀ ਗੱਡੀ ਲੈਣੀ ਆ, ਹੌਲੀ ਹੌਲੀ ਲਾਲਚ ਆ ਗਿਆ ਮੈਂ ਵੱਡੀ ਕੋਠੀ ਪਾਉਣੀ ਆ, ਤੇ ਹੌਲੀ ਹੌਲੀ ਲਾਲਚ ਆ ਗਿਆ ਮੈਂ ਕਰੋੜਾਂ ਬੈਂਕ ਬੈਲੈਂਸ ਮੇਰੇ ਬੈਂਕ ਦੇ ਵਿੱਚ ਹੋਣ। ਲਾਲਚ ਵੱਧਦਾ ਜਾਂਦਾ, ਇਛਾਵਾਂ ਵੱਧਦੀਆਂ ਜਾਂਦੀਆਂ ਨੇ। ਤੇ ਮਹਾਰਾਜ ਕਹਿੰਦੇ ਨੇ ਇਹ ਇਛਾਵਾਂ ਹੀ ਬੰਦੇ ਨੂੰ ਸਾਰੀ ਜ਼ਿੰਦਗੀ ਗੁਲਾਮ ਬਣਾ ਕੇ ਰੱਖਦੀਆਂ। ਬੰਦਾ ਜ਼ਿੰਦਗੀ ਦੇ ਵੀ ਮਜ਼ੇ ਨਹੀਂ ਲੈ ਪਾਉਂਦਾ। ਲਾਲਚ ਨਾ ਹੁੰਦਾ ਤੇ ਬੰਦਾ ਕਿੰਨਾ ਸੁਖੀ ਹੋਣਾ ਸੀ, ਕੁਦਰਤ ਨੂੰ ਵੇਖ ਕੇ ਹੀ ਬੜਾ ਸੁਖੀ ਹੋਣਾ ਸੀ। ਆ ਕਿੰਨਾ ਸੋਹਣਾ ਰੁੱਖ, ਆ ਕਿੰਨੀ ਸੋਹਣੀ ਛੱਤ, ਬਸ ਜੋ ਕੁਝ ਹੈ ਨਾ ਜੀ ਉਹਦੇ ਤੋਂ ਹੀ ਬੜਾ ਖੁਸ਼ ਹੋਣਾ ਸੀ। ਤੇ ਲਾਲਚ ਅਧੀਨ ਬੰਦਾ ਫਿਰ ਕੀ ਹੁੰਦਾ ਹੈ ਵੀ ਹੁਣ ਤਾਂ ਮੇਰੇ ਕੋਲ 25,000 ਆਉਂਦਾ ਹੈ, 35,000 ਆ ਗਿਆ ਮੈਂ ਸੁਖੀ ਹੋ ਜਾਣਾ ਜੇ। ਤੇ ਜਿੱਦਣ ਬਾਬੇ ਨੇ 35,000 ਤਨਖਾਹ ਕਰਤੀ, ਜੇ ਤਾਂ 35,000 ਹੀ ਹੋਇਆ, 50,000 ਹੋ ਗਿਆ ਫਿਰ ਨਜ਼ਾਰਾ ਆ ਜਾਊ। ਤੇ ਜਿੱਦਣ ਬਾਬੇ ਨੇ 50,000 ਕਰਤਾ ਇਹਨੂੰ ਸਕੂਨ ਤਾਂ ਵੀ ਨਹੀਂ ਮਿਲਣਾ, ਇਹਨੇ ਤਾਂ ਵੀ ਕਹਿਣਾ ਹੁਣ ਤਾਂ 80,000 ਹੋ ਜੇ ਨਾ, ਨਜ਼ਾਰੇ ਤਾਂ ਉੱਦਣ ਆਉਣੇ ਨੇ। ਤੇ ਲੱਖਾਂ ਕਰੋੜਾਂ ਵਾਲੇ ਵੀ ਕਦੀ ਸੰਤੁਸ਼ਟ ਨਹੀਂ ਦੇਖੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁਜੀ ਹੈ। ਵੱਡੇ ਵੱਡੇ ਰਾਜੇ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਅਸੀਂ ਕਹਿੰਦੇ ਹਾਂ ਜੀ ਹੋਰ ਦੌਲਤ ਮਿਲ ਜੇ ਮੈਂ ਰੱਜ ਜੂੰਗਾ, ਕੋਠੀ ਬਣ ਜੇ ਮੈਂ ਰੱਜ ਜੂੰਗਾ, 2 ਕਾਰਾਂ ਖੜੀਆਂ ਹੋ ਜਾਣ ਮੈਂ ਰੱਜ ਜੂੰਗਾ। ਪਰ ਮਹਾਰਾਜ ਨੇ ਨਾ ਇੱਕ ਉਦਾਹਰਨ ਦਿੱਤੀ, ਕਹਿੰਦੇ ਵੀ ਅੱਗ ਦੀ ਭੁੱਖ ਕੀ ਆ, ਭਾਵੇਂ ਅੱਗ ਨੂੰ ਕਾਹਦੀ ਭੁੱਖ ਆ, ਬਾਲਣ ਦੀ। ਅੱਗ ਬਾਲਣ ਹੀ ਮੰਗਦੀ ਆ ਨਾ, ਤੇ ਜੋ ਉਹਦੀ ਭੁੱਖ ਆ ਉਹਨੂੰ ਦੇ ਦਿਓ, ਬਾਲਣ ਦੇ ਦਿਓ, ਤੇ ਫਿਰ ਅੱਗ ਕੀ ਕਰੂਗੀ? ਅੱਗ ਹੋਰ ਬਾਲਣ ਮੰਗੂਗੀ, ਹੋਰ ਬਾਲਣ ਪਾ ਦਿਓ ਨੇ ਹੋਰ ਬਾਲਣ ਮੰਗਣਾ। ਜਿੰਨਾ ਮਰਜ਼ੀ ਪਾਈ ਜਾਓ ਅੱਗ ਨੇ ਨਹੀਂ ਰੱਜਣਾ। ਕਹਿੰਦੇ ਜਿੰਨਾ ਮਰਜ਼ੀ ਬਾਲਣ ਪਾਈ ਜਾਓ ਉਵੇਂ ਅੱਗ ਨਹੀਂ ਰੱਜਦੀ, ਤਿਵੇਂ ਜੋ ਤੂੰ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰੀ ਜਾ, ਰੱਜਣਾ ਤੂੰ ਵੀ ਨਹੀਂ, ਕਿਉਂਕਿ ਧਨ ਦੌਲਤਾਂ ਨਾਲ ਬੰਦੇ ਨਹੀਂ ਰੱਜੇ। ਜਿਨ੍ਹਾਂ ਦੀ 2 ਕਿੱਲੇ ਪੈਲੀ ਉਹਨਾਂ ਨੂੰ ਭੁੱਖ ਆ 5 ਕਿੱਲੇ ਹੋਵੇ, ਜਿਨ੍ਹਾਂ ਦੀ 100 ਕਿੱਲੇ ਪੈਲੀ ਉਹਨਾਂ ਨੂੰ ਭੁੱਖ ਆ ਮੇਰੀ 200 ਕਿੱਲੇ ਹੋਵੇ। ਤੇ ਜੇ ਇਹ ਰੱਜ ਜਾਂਦੇ ਹੁੰਦੇ ਤੇ ਆ ਲੀਡਰ 5 ਸਾਲ ਰਾਜ ਕਰਕੇ ਏਡੇ ਏਡੇ ਹੋਟਲ ਖੜੇ ਕਰਕੇ ਰੱਜ ਨਾ ਜਾਂਦੇ? ਕਰਦੇ ਕਰਪਸ਼ਨ, ਫਿਰ ਜ਼ੋਰ ਲਾਉਂਦੇ ਆ ਨਾ 5 ਸਾਲ ਹੋਰ ਮਿਲ ਜਾਣ ਤੇ 1-2 ਹੋਟਲ ਹੋਰ ਖੜੇ ਹੋ ਜਾਣ। ਨਹੀਂ ਰੱਜਦਾ ਬੰਦਾ, ਲੋਭੀ ਬੰਦਾ ਰੱਜ ਹੀ ਨਹੀਂ ਸਕਦਾ, ਲਾਲਚੀ ਬੰਦਾ ਰੱਜ ਹੀ ਨਹੀਂ ਸਕਦਾ। ਤੇ ਸਤਿਗੁਰੂ ਜੀ ਇਹ ਗੱਲ ਸਮਝਾਉਂਦੇ, ਭਾਈ ਗੁਰਦਾਸ ਜੀ ਦਾ ਇੱਕ ਕਵਿਤ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਐਹਨਸ ਔਦ ਘਟੈ ਨਹੀਂ ਜਾਣੈ, ਤੇਰੀ ਉਮਰ ਘਟਦੀ ਜਾ ਰਹੀ ਆ, ਇੱਕ ਦਿਨ ਮੌਤ ਆ ਜਾਣੀ ਆ। ਜਿਹੜਾ ਤੂੰ ਪਾਪ ਕਰ ਕਰਕੇ ਪੈਸੇ ਇਕੱਠੇ ਕਰੀ ਜਾਣਾ ਕਿੱਥੇ ਲੈ ਜਾਣੇ? ਨੀਚ ਕੈ ਇਕੱਤਰ ਕਰੈ ਹਰੈ ਮਧੂ ਆਇਤਾ ਕੇ ਮੁਖ ਸ਼ਾਰ ਡਾਰ ਕੈ, ਜੈਸੇ ਬਸ਼ ਹੇਤ ਗਊ ਸੰਚਤ ਹੈ ਖੀਰ, ਤਾਹੇ ਲੇਤ ਹੈ ਹੀਰ, ਦੋਹੇ ਬਸ਼ਰੈ ਬਿਡਾਰ ਕੇ। ਮੈਂ ਹਰ ਵਿਆਖਿਆ ਗੁਰਬਾਣੀ 'ਚੋਂ ਇਸ ਕਰਕੇ ਕਰ ਰਿਹਾ ਸਾਧ ਸੰਗਤ, ਅਸੀਂ ਨਾ ਸੁਚੇਤ ਹੋਈਏ। ਕੋਈ ਵੀ ਆਉਂਦਾ ਹੈ ਸਟੇਜ 'ਤੇ ਬਹਿ ਕੇ ਕੁਝ ਮਰਜ਼ੀ ਸੁਣਾ ਕੇ ਚਲਾ ਜਾਵੇ, ਅਸੀਂ ਧੰਨ ਬਾਬਾ ਜੀ ਕਰਕੇ ਉੱਠ ਜਾਂਦੇ। ਕੀ ਪਤਾ ਉਹ ਗੁਰਬਾਣੀ 'ਚੋਂ ਕਥਾ ਕਰਕੇ ਗਿਆ ਕਿ ਬਾਹਰੋਂ ਹੀ ਕਥਾ ਕਰ ਗਿਆ ਹੈ। ਇਸ ਕਰਕੇ ਦਾਸ ਦਾ ਯਤਨ ਹੁੰਦਾ ਵੀ ਵੱਧ ਤੋਂ ਵੱਧ ਗੁਰਬਾਣੀ ਚੋਂ ਕਥਾ ਕਰੀਏ, ਤਾਂ ਕਿ ਅਲਟੀਮੇਟਲੀ ਅਸੀਂ ਜੁੜਨਾ ਗੁਰਬਾਣੀ ਨਾਲ ਹੀ ਹੈ। ਅਤੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ, ਜੈਸੇ ਮਧ ਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ, ਹਰੈ ਮਧੂ ਆਇਤਾ ਕੇ ਮੁਖ ਸ਼ਾਰ ਡਾਰ ਕੈ। ਮਧੂ ਮੱਖੀ ਵੇਖੀ ਕਦੀ ਤੁਸੀਂ ਬੱਚਿਓ? ਮਧੂ ਮੱਖੀ ਕੀ ਕਰਦੀ ਇਕੱਠਾ? ਸ਼ਹਿਦ ਇਕੱਠਾ ਕਰਦੀ ਆ। ਕਿਵੇਂ ਕਰਦੀ? ਫੁੱਲ ਫੁੱਲ 'ਤੇ ਜਾ ਕੇ ਇੰਨਾ ਸ਼ਹਿਦ ਇਕੱਠਾ ਕੀਤਾ, ਉਹ ਫੁੱਲ 'ਤੇ ਗਈ, ਦੂਜੇ ਫੁੱਲ 'ਤੇ ਗਈ, ਤੀਜੇ ਫੁੱਲ 'ਤੇ ਗਈ, ਚੌਥੇ ਫੁੱਲ 'ਤੇ ਗਈ। ਇੰਨਾ ਸ਼ਹਿਦ ਇਕੱਠਾ ਕੀਤਾ ਅਤੇ ਐਡਾ ਵੱਡਾ ਛੱਤਾ ਬਣਾ ਲਿਆ। ਬੜਾ ਸ਼ਹਿਦ ਇਕੱਠਾ ਕੀਤਾ ਵੀ ਇਕੱਠਾ ਕਰਕੇ ਨਾ ਬਾਅਦ 'ਚ ਆਰਾਮ ਨਾਲ ਖਾਵਾਂਗੇ। ਇਕੱਠਾ ਸ਼ਹਿਦ ਕਰ ਲਿਆ ਪਰ ਸਾਰਾ ਖਾਧਾ ਫਿਰ ਉਹਨਾਂ ਮਧੂ ਮੱਖੀਆਂ ਨੇ। ਫਿਰ ਕੀ ਹੋਇਆ? ਮੇਰੇ ਵਰਗਾ ਕੋਈ ਮਨੁੱਖ ਉੱਠਿਆ
ਧੂਆਂ ਲਾਇਆ, ਮੱਖੀਆਂ ਡਾਤੀਆਂ ਤੇ ਸ਼ਹਿਦ ਆਪਣੇ ਘਰ ਲੈ ਗਿਆ। ਕੀ ਖੱਟਿਆ ਵਿਚਾਰੀਆਂ ਨੇ? ਇੰਨੀ ਮਿਹਨਤ ਕਰਕੇ ਸ਼ਹਿਦ ਇਕੱਠਾ ਕੀਤਾ ਤੇ ਸ਼ਹਿਦ ਲੈ ਕੋਈ ਹੋਰ ਗਿਆ ਆਪਣੇ ਘਰ। ਇੰਨੀ ਮਿਹਨਤ ਕਰਕੇ ਮੈਂ ਬੈਂਕ ਬੈਲੈਂਸ ਭਰੇ, ਮੌਤ ਆਈ ਤੇ ਉਹਦਾ ਮਾਲਕ ਕੋਈ ਹੋਰ ਬਣ ਗਿਆ। ਸਾਡੇ ਨਾਲ ਵੀ ਇੰਝ ਹੀ ਹੁੰਦਾ ਜੇ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਏ। ਖਸਮ ਮਰੈ ਤੋ ਨਾਰ ਨਾ ਰੋਏ, ਉਸ ਰਖਵਾਰੋ ਔਰੋ ਹੋਏ। ਕਹਿੰਦੇ ਜਦੋਂ ਇਹ ਮਨੁੱਖ ਮਰਦਾ ਹੈ ਨਾ, ਇਹ ਮਾਇਆ ਨੂੰ ਦੁੱਖ ਨਹੀਂ ਲੱਗਦਾ। ਅੱਜ ਇਹ ਸਾਡੀ ਆ, ਸਾਡੇ ਮਰਨ ਤੋਂ ਬਾਅਦ ਇਹਨੇ ਕਿਸੇ ਹੋਰ ਦੀ ਹੋ ਜਾਣਾ। ਇਹ ਬੇਵਫਾ ਮਾਇਆ, ਇਹਦਾ ਕੋਈ ਦੀਨਮਾਨ ਨਹੀਂ ਹੈਗਾ ਜੇ। ਅੱਜ ਜੇ ਮੇਰੇ ਬੈਂਕ ਦੇ ਵਿੱਚ ਲੱਖਾਂ ਰੁਪਈਏ ਨੇ ਨਾ, ਜਿੱਦਣ ਮੈਂ ਮਰ ਗਿਆ ਉਹ ਲੱਖ ਰੁਪਈਏ ਮੇਰੇ ਨਾਲ ਨਹੀਂ ਜਾਣਾ, ਕਿਸੇ ਹੋਰ ਦਾ ਹੋ ਜਾਣਾ ਜੇ। ਖਸਮ ਮਰੈ ਤੋ ਨਾਰ ਨਾ ਰੋਏ, ਉਸ ਰਖਵਾਰੋ ਔਰੋ ਹੋਏ। ਜੈਸੇ ਮਧ ਮਾਖੀ ਸੀंच सींच कै इकत्तर करै, हरै मधु आयता के मुख छार डार कै। जैसे बश हेत गऊ संचत है खीर, ताहे लेत है अहीर, दोहे बशरै बिडार के। मज्झां रखिया अपने घर के, कईयां दे मज्झां होणीਆਂ जे, ਗਾਵਾਂ ਹੋਣੀਆਂ ਤੇ ਬੱਚਾ ਜਦੋਂ ਅਸੀਂ ਬੱਚਾ ਛੱਡਦੇ ਨਾ ਵੀ ਦੁੱਧ ਚੁੰਘ ਲਾ, ਤੇ ਬੱਚਾ ਕੀ ਕਰਦਾ? ਪਤਾ ਕੀ ਕਰਦਾ ਹੁੰਦਾ ਬੱਚਾ? ਇੱਕ ਥਣ ਤੇ ਗਿਆ ਤੇ ਸਾਰਾ ਦੁੱਧ ਨਾ ਇਕੱਠਾ ਕਰ ਲੈਂਦਾ ਥਣ 'ਚ, ਤੇ ਇਕੱਠਾ ਕਰਕੇ ਪੀਂਦਾ ਨਹੀਂ, ਫਿਰ ਦੂਜੇ ਥਣ ਤੇ ਚਲਾ ਜਾਂਦਾ ਵੀ ਮੈਂ ਇਕੱਠਾ ਕਰਕੇ ਜੋੜ ਕੇ ਨਾ ਫਿਰ ਪੀਊਂਗਾ ਨਜ਼ਾਰਿਆਂ ਨਾਲ। ਥੋੜ੍ਹਾ ਜਿਹਾ ਘੁੱਟਕ ਪੀ ਲਿਆ, ਜੋੜ ਕੇ ਦੂਜੇ ਥਣ ਤੇ ਚਲਾ ਗਿਆ, ਉਹਦੇ 'ਚ ਇਕੱਠਾ ਕੀਤਾ, ਤੀਜੇ ਥਣ ਤੇ ਚਲਾ ਗਿਆ, ਉਹਦੇ 'ਚ ਇਕੱਠਾ ਕੀਤਾ, ਚੌਥੇ ਥਣ 'ਚ ਚਲਾ ਗਿਆ। ਜਦੋਂ ਸਾਰਾ ਇਕੱਠਾ ਕੀਤਾ ਤੇ ਪੀਣ ਦੀ ਵਾਰੀ ਆਈ, ਮਾਲਕ ਨੇ ਖਿੱਚਿਆ ਰਸਾ ਤੇ ਬੰਨ੍ਹ ਤਾਂ ਪਾਵੇ ਤੇ ਦੁੱਧ ਆਪ ਚੋ ਕੇ ਲੈ ਗਿਆ। ਹੁਣ ਇਕੱਠਾ ਕੋਈ ਕਰਦਾ ਰਹਿ ਗਿਆ, ਪਸਮਾਉਂਦਾ ਕੋਈ ਰਹਿ ਗਿਆ, ਤੇ ਬਾਲਟੀ ਕਿਸੇ ਨੇ ਭਰ ਲਈ। ਸਾਡੇ ਨਾਲ ਵੀ ਇੰਝ ਹੀ ਹੁੰਦਾ ਜੇ। 40 40 45 45 60 60 ਸਾਲ ਲਾ ਕੇ ਕਰੋੜਾਂ ਰੁਪਈਏ ਬੈਂਕਾਂ 'ਚ ਭਰਨੇ ਨੇ, ਤੇ ਜਿੱਦਣ ਮਰੇ ਨਾ ਉਦਣ ਲੜਾਈਆਂ ਇਸੇ ਤੇ ਪੈਣੀਆਂ। 50 ਲੱਖ ਮੇਰਾ ਤੇ ਤੈਨੂੰ ਮੈਂ 20 ਲੱਖ ਹੀ ਦੇਣਾ ਹੀ। ਬਾਪੂ ਮਰ ਗਿਆ, ਕੋਈ ਗੱਲ ਨਹੀਂ, ਸਾੜੋ ਦਵਾ ਦਾ, ਪੈਸੇ ਤਾਂ ਵੰਡ ਲਓ ਪਹਿਲਾਂ, ਉਹ ਸੰਸਕਾਰ ਹੋ ਜਾਊਗਾ ਫਿਰ, ਕੋਈ ਗੱਲ ਨਹੀਂ। ਅੱਗ ਹੀ ਇੰਝ ਹੀ ਹੁੰਦਾ, ਬਹੁਤਾਤਰ ਇੰਝ ਹੀ ਹੁੰਦਾ ਹੈ ਨਾ ਜੀ। ਅੱਗ ਹੀ ਲਾਉਣੀ ਹੈ, ਪੈਸੇ ਤਾਂ ਵੰਡ ਲਓ। ਮੈਂ ATM ਚੋਰੀ ਕਰਦੇ ਦੇਖਿਆ ਆਪਣੇ ਬਾਪੂ ਦੀ ਅਲਮਾਰੀ 'ਚੋਂ ਕਈਆਂ ਨੂੰ। ਇਹ ਕੁਝ ਹੁੰਦਾ ਜੇ। ਤੀਸਰੀ ਉਦਾਹਰਨ ਭਾਈ ਗੁਰਦਾਸ ਨੇ ਲਈ। ਕਹਿੰਦੇ ਨੇ ਵੀ ਇੱਕ ਚੂਹਾ ਨਾ ਜੀ ਖੁੱਡ ਖੋਦਦਾ ਹੈ, ਖੁੱਡ ਖੋਦੀ, ਬੜੀ ਮਿਹਨਤ ਕੀਤੀ ਤੇ ਇੱਕ ਵੱਡੀ ਸਾਰੀ ਖੁੱਡ ਖੋਦ ਲਈ। ਮਿਹਨਤ ਕਰਕੇ ਜਦੋਂ ਖੁੱਡ ਬਣਾਈ ਤੇ ਹੁਣ ਰਹਿਣ ਦੀ ਵਾਰੀ ਆਈ ਨਾ, ਵੀ ਲਓ ਜੀ ਖੁੱਡ ਬਣ ਗਈ, ਆਪਾਂ ਤਾਂ ਨਜ਼ਾਰਿਆਂ ਨਾਲ ਸੌਣਾ ਹੁਣ। ਜਦੋਂ ਚੂਹਾ ਖੁੱਡ 'ਚ ਵੜਨ ਲੱਗਿਆ ਤੇ ਕੀ ਹੋਇਆ? ਰੇਂਗ ਦਾ ਸੱਪ ਆਇਆ, ਚੂਹੇ ਨੂੰ ਪਾਇਆ ਮੂੰਹ 'ਚ, ਲੈ ਵੀ ਤੇਰਾ ਟਿਕਾਣਾ ਤਾਂ ਮੇਰੇ ਢਿੱਡ 'ਚ ਹੀ ਆ। ਚੂਹੇ ਨੂੰ ਪਾਇਆ ਮੂੰਹ 'ਚ ਤੇ ਆਪ ਉਸ ਖੁੱਡ 'ਚ ਰਹਿਣ ਲੱਗ ਗਿਆ। ਸੱਪ ਕਦੀ ਵੀ ਆਪਣੀ ਖੁੱਡ ਆਪ ਨਹੀਂ ਬਣਾਉਂਦੇ, ਹਮੇਸ਼ਾ ਦੂਜਿਆਂ ਦੀ ਖੁੱਡ 'ਚ ਹੀ ਜਾ ਕੇ ਟਿਕਾਣਾ ਕਰਦੇ ਨੇ। ਮਿਹਨਤ ਕਰਕੇ ਖੁੱਡ ਕਿਸੇ ਨੇ ਬਣਾਈ ਤੇ ਰਹਿਣ ਕੋਈ ਲੱਗ ਪਿਆ। ਮਿਹਨਤ ਕਰਕੇ ਕੋਠੀ ਅਸੀਂ ਬਣਾ ਜਾਣੀ ਜੇ, ਤੇ ਰਾਜ ਕਿਸੇ ਹੋਰ ਨੇ ਕਰਨਾ ਉਸ ਕੋਠੀ ਤੇ। ਤੇ ਜਦੋਂ ਸਾਡੀ ਮੌਤ ਦੀ ਐਨਸ ਔਦ ਕਟਿਆ ਨਹੀਂ ਜਾਣਾ, ਮੈਂ ਸ਼ਬਦ ਦੀ ਵਿਆਖਿਆ ਕਰਦਾ। ਜਦੋਂ ਮੌਤ ਆਈ ਫਿਰ ਕੱਢ ਹੋਈ, ਜਲਦੀ ਲੈ ਜਾਓ ਜੀ। ਇੰਝ ਹੀ ਹੁੰਦਾ ਜੇ। जैसे मध माखी सींच सींच कै इकत्तर करे, हरै मधु आयता के मुख छार डार कै। जैसे बश हेत गऊ संचत है खीर, ताहे लेत है अहीर, दोहे बशरै बिडार कै। जैसे धर खोद खोद कर बिल साजै मूसा, पैसत सर्प धाए खाए ताहे मार के। तैसे कोट पाप कर माया जोड़ जोड़ मूड़, अंतकाल छाड़ चलै दोनों कर झाड़ कै। बड़ी मेहनत करके माया इकट्ठी की। भाई गुरदास ने 3 उदाहरणां लईआं। कहते मक्खी शहद इकट्ठियां करदियां थक गई, पर शहद लै गया मनुख अपने घर। एक बच्चा दुध इकट्ठा करदियां करदियां थक गया, पर दुध दे नाल बाल्टी भर ली मनुख ने। चूहा थक गया खुड बनाउंदिਆਂ बनाउंदिਆਂ ते खुड ते राज कीता सप ने। मनुख सारी जिंदगी थक जाता अपना बैंक भरन वास्ते, ते राज उहदे गां पुत पुत्रे करते हैं। जान लग्या उन्होंने कोई पुछदा भी नहीं, कोई पुछदा भी नहीं। यही कुछ हुंदा। तैसे कोट पाप कर माया जोर जोर मूड़, अंतकाल छाड़ चलै दोनों कर झाड़ कै। हुण इत्थे कि मैं बेनती करदा, क्योंकि ना जी धर्म तो ना एक बड़ा वड्डा भुलेखा पैंदा है भी धर्मी होने का यह मतलब आ जी गरीब हो के रहीए। हुण आपां इन्नी विचार कीती भी लोभ नहीं करना, लालच नहीं करना, कि हुण इहदा यह मतलब आ भी मैं नौकरी नहीं करनी,
ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ ਵੀ ਸਾਡਾ ਤਾਂ ਮਨੋਬਲ ਹੀ ਟੁੱਟ ਜਾਏਗਾ। ਅਸੀਂ ਤਾਂ ਕਈ ਵਾਰੀ ਆ ਕੇ ਅਰਦਾਸਾਂ ਵੀ ਕਰਦੇ ਹਾਂ, ਸਤਿਗੁਰੂ ਸਾਨੂੰ ਦੁੱਧ ਦਹੀਂ, ਪੁੱਤ ਦਹੀਂ, ਧੀਆਂ ਦਹੀਂ, ਨੌਕਰੀ ਦਹੀਂ, ਹਜ਼ਾਰਾਂ ਰੁਪਏ ਦਹੀਂ, ਲੱਖਾਂ ਰੁਪਏ ਦਹੀਂ, ਇੰਨੀਆਂ ਅਰਦਾਸਾਂ ਕਰਦੇ ਹਾਂ। ਫਿਰ ਇੱਕ ਸਿੱਖ ਕੰਗਾਲ ਹੋ ਕੀ ਰਹੇ? ਇੱਕ ਪਾਸੇ ਨਾਅਰੇ ਲਗਾਏ ਜਾਂਦੇ ਨੇ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਖਾਲਸੇ ਨੇ ਰਾਜ ਕਰਨਾ ਹੈ, ਤਖਤ ਮੰਨਣੇ ਨੇ, ਅਸੀਂ ਕੋਠੀਆਂ ਪਾਉਣੀਆਂ ਹੈ, ਕੋਈ ਮਾੜੀ ਗੱਲ ਨਹੀਂ। ਵੀ ਕੀ ਇੱਕ ਧਰਮੀ ਗਰੀਬ ਉਹ ਕੀ ਰਵੇ? ਫਿਰ ਕੀ ਗੁਰਬਾਣੀ ਸਾਨੂੰ ਗਰੀਬ ਰਹਿਣਾ ਸਿਖਾਉਂਦੀ ਆ? ਥੋੜ੍ਹੀ ਜਿਹੀ ਮੈਂ ਇਹ ਵੀ ਗੱਲ ਖੋਲ੍ਹਣੀ ਚਾਹੁੰਦਾ। ਹੁਣ ਇਹ ਬਚਨ ਬੜੇ ਧਿਆਨ ਦੇ ਕੇ ਸੁਣਿਓ। ਅਕਸਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਨਾ ਜੀ ਧਰਮ ਦੇ ਇਹ ਭੁਲੇਖੇ ਪਾਏ ਗਏ। ਤੇ ਗੁਰਬਾਣੀ ਪਤਾ ਕੀ ਕਹਿੰਦੀ ਆ? ਮਹਾਰਾਜ ਕਹਿੰਦੇ ਨੇ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿੱਤ ਨਾ ਧਰੇ। ਕਹਿੰਦੇ ਜੇ ਕੋਈ ਗਰੀਬ ਹੋਵੇ ਨਾ, ਗਰੀਬ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ। ਉਹ ਜਿੰਨੇ ਮਰਜ਼ੀ ਯਤਨ ਕਰ ਲਵੇ। ਕੋਈ ਚੌਧਰੀ ਆ ਜੇ ਨਾ, ਉਹਨੂੰ ਪਾਣੀ ਪੁੱਛੇ, ਰੋਟੀ ਪੁੱਛੇ, ਰੋਟੀਆਂ ਚੋਪੜ ਕੇ ਦਵੇ, ਆਪ ਕਦੀ ਉਹਨੇ ਚੋਪੜੀ ਵੀ ਨਾ ਹੋਵੇ, ਪਰ ਚੌਧਰੀ ਸਾਹਿਬ ਆਏ ਨੇ ਨਾ, ਚੋਪੜ ਕੇ ਦੇਣੀ ਆ ਵੀ ਮੇਰੀ ਇੱਜ਼ਤ ਬਣ ਜੇ ਉਹਦੇ ਅੱਗੇ। ਮਹਾਰਾਜ ਕਹਿੰਦੇ ਤੂੰ ਜਿੰਨੇ ਮਰਜ਼ੀ ਯਤਨ ਕਰ ਲਾ, ਉਹ ਵੱਡੇ ਬੰਦੇ ਨੇ ਤੈਨੂੰ ਕੰਗਾਲ ਨੂੰ ਆਦਰ ਨਹੀਂ ਦੇਣਾ, ਕਿਉਂਕਿ ਗਰੀਬਾਂ ਨੂੰ ਆਦਰ ਨਹੀਂ ਮਿਲਦੇ ਹੁੰਦੇ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿੱਤ ਨਾ ਧਰੇ। ਤੇ ਮਹਾਰਾਜ ਕਹਿੰਦੇ ਜੋ ਨਿਰਧਨ ਸਰਧਨ ਕਹਿ ਜਾਏ, ਅੱਗੇ ਬੈਠਾ ਪੀਠ ਫਿਰਾਏ। ਇੱਕ ਗਰੀਬ ਬੰਦਾ ਅਮੀਰ ਬੰਦੇ ਦੇ ਘਰ ਚਲੇ ਜਾਵੇ ਨਾ, ਉਹਨੂੰ ਜੀ ਜੀ ਕਰੇ, ਸਤਿ ਸ੍ਰੀ ਅਕਾਲ ਜੀ ਕਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ, ਬੜੀ ਇੱਜ਼ਤ ਦਵੇ, ਤੇ ਅੱਗੋਂ ਚੌਧਰੀ ਬੰਦਾ ਟੇਢੇ ਮੂੰਹ ਨਾਲ ਹੀ ਗੱਲ ਕਰੇਗਾ। ਹੁੰਦਾ ਨਾ ਜੀ ਇੰਝ ਜ਼ਿਆਦਾਤਰ ਮੈਂ ਕਹਿ ਰਿਹਾ, ਕਈ ਹੁੰਦੇ ਵੀ ਨੇ ਮਹਾਰਾਜਾ ਰਣਜੀਤ ਸਿੰਘ ਵਰਗੇ, ਉਹਨਾਂ ਦੀ ਵੀ ਚਲੋ ਆਪਾਂ ਗੱਲ ਕਰਾਂਗੇ, ਜਿਹੜੇ ਤਖਤ 'ਤੇ ਬੈਠ ਕੇ ਵੀ ਕਦੀ ਗਰੀਬਾਂ ਦੀਆਂ ਝੌਂਪੜੀਆਂ ਨਹੀਂ ਸੀ ਛੱਡਦੇ, ਕਦੀ ਉਹ ਵੀ ਸੀ ਸਮਾਂ। ਅੱਜ ਤਾਂ ਜੀ ਵੋਟਾਂ ਆਉਂਦੀਆਂ, ਉਦੋਂ ਗਰੀਬਾਂ ਦੇ ਆ ਕੇ ਅਸੀਂ ਬੱਚੇ ਕੁੱਛੜ ਚੱਕਦੇ ਫਿਰਦੇ, 5 ਸਾਲ ਪੁੱਛਦੇ ਵੀ ਨਹੀਂ ਫਿਰੇ ਲੋਕ। ਕਦੀ ਸਾਡਾ ਵੀ ਰਾਜ ਹੋਇਆ ਕਰਦਾ ਸੀ। ਚਲੋ ਉਸ ਮਹਾਰਾਜੇ ਦੀ ਗੱਲ ਚੱਲੀ ਨਾ, ਮੈਂ ਦਰਦ ਛੇੜਿਆ। ਪੰਜਾਬ ਦੀ ਧਰਤੀ 'ਤੇ ਤਾਂ ਤੁਹਾਨੂੰ ਪਤਾ ਵੀ ਇੱਕ ਦਿਨ ਐਸਾ ਵੀ ਆਇਆ, ਕਾਲ ਪੈ ਗਿਆ, ਖਾਣਾ ਮੁੱਕ ਗਿਆ, ਪਾਣੀ ਦੀ ਕਮੀ ਹੋ ਗਈ, ਅੰਨ ਦੀ ਕਮੀ ਹੋ ਗਈ। ਤੜਫਦੇ ਪਏ ਨੇ ਲੋਕ ਵੀ ਚੰਦ ਦਾਣੇ ਮਿਲ ਜਾਣ, ਕੋਈ ਬੁਰਕੀ ਰੋਟੀ ਮਿਲ ਜਾਵੇ। ਛੋਟੇ ਛੋਟੇ ਬੱਚੇ ਤੜਫਦੇ ਪਏ ਨੇ, ਬਜ਼ੁਰਗ ਤੜਫਦੇ ਪਏ, ਜਵਾਨ ਤੜਫਦੇ ਪਏ, ਧੀਆਂ ਤੜਫਦੀਆਂ ਪਈਆਂ, ਔਰਤਾਂ ਤੜਫਦੀਆਂ ਪਈਆਂ ਨੇ। ਤੇ ਕਹਿੰਦੇ ਜਦੋਂ ਇੰਨੀ ਗਰੀਬੀ ਆਈ ਨਾ, ਇਸ ਧਰਤੀ ਦੇ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਵੀ ਮੇਰੇ ਤੋਂ ਗਰੀਬਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ, ਮੇਰੇ ਭੰਡਾਰੇ ਖੁੱਲ੍ਹੇ ਨੇ, ਜਿਹਦਾ ਜਿੰਨਾ ਜੀ ਕਰਦਾ ਕਿ ਅੰਨ ਲੈ ਜਾਓ, ਜਿੰਨਾ ਜੀ ਕਰਦਾ। ਕਹਿੰਦੇ ਉਹਨਾਂ ਦੁਖਿਆਰਿਆਂ 'ਚੋਂ ਨਾ ਇੱਕ ਦੁਖਿਆਰਾ ਸੀ, ਨਿੱਕਾ ਜਿਹਾ, ਐਡੇ ਕੁ ਬੱਚੇ, ਨਿੱਕਾ ਜਿਹਾ ਬੱਚਾ, ਮੋਚੀ ਦਾ ਕੰਮ ਕਰਦਾ ਸੀ, ਹੋਰ ਕੋਈ ਸਹਾਰਾ ਨਹੀਂ ਸੀ ਉਹਦਾ। ਸੀ ਇੱਕ ਦਾਦਾ, ਬਜ਼ੁਰਗ ਦਾਦਾ ਚੱਲਿਆ ਉਹਦੇ ਤੋਂ ਵੀ ਨਹੀਂ ਸੀ ਜਾਂਦਾ, ਖੁੰਡੀ ਨਾਲ ਚੱਲਦਾ ਸੀ, ਕੰਬਦੇ ਹੱਥ, ਕੰਬਦੀਆਂ ਲੱਤਾਂ, ਤੇ ਬੱਚਾ ਵੀ ਛੋਟਾ ਜਿਹਾ। ਤੇ ਉਹ ਬੱਚਾ ਨਾ ਤੋਤਲੀ ਜੀ ਆਵਾਜ਼ 'ਚ ਬੋਲਦਾ ਵੀ ਦਾਦਾ ਜੀ, ਬਾਬਾ ਤੁਹਾਨੂੰ ਪਤਾ ਵੀ ਰਾਜੇ ਨੇ ਇਹ ਐਲਾਨ ਕੀਤਾ ਵੀ ਜਿਹਦਾ ਜਿੰਨਾ ਜੀ ਕਰਦਾ ਕਿ ਦਾਣੇ ਲੈ ਜਾਓ, ਬੜੀ ਭੁੱਖ ਲੱਗੀ ਏ, ਬੜੇ ਦਿਨਾਂ ਦੀ ਲੱਗੀ ਏ, ਕੁਝ ਦਾਣੇ ਹੀ ਲੈ ਆਈਏ ਆਪਾਂ। ਬਾਬਾ ਕਹਿੰਦਾ ਚੱਲ ਪੁੱਤ, ਤੇਰੀ ਭੁੱਖ ਨਹੀਂ ਦੇਖੀ ਜਾਂਦੀ, ਚੱਲਿਆ ਭਾਵੇਂ ਮੇਰੇ ਤੋਂ ਨਹੀਂ ਜਾਂਦਾ, ਪਰ ਮੈਂ ਦਾਣੇ ਤਾਂ ਜ਼ਰੂਰ ਲੈ ਕੇ ਆਵਾਂਗਾ। ਚੱਲ ਪਏ ਜੀ, ਤੁਰਦੇ ਗਏ, ਰਾਜੇ ਦੇ ਭੰਡਾਰ ਕੋਲ ਪਹੁੰਚ ਗਏ, ਮੈਲੀ ਜੀ ਚਾਦਰ ਵਿਛਾਈ, ਭੰਡਾਰੀ ਨੇ ਸਾਰੀ ਪੰਡ ਬੰਨ੍ਹ ਦਿੱਤੀ। ਜਦੋਂ ਗੰਢ ਬੰਨੀ, ਹੁਣ ਜਦੋਂ ਗੰਢ ਭਰ ਗਈ ਵੱਡੀ ਸਾਰੀ ਪੰਡ, ਹੁਣ ਚੱਕਣਾ ਤੇ ਚੱਕੇ ਕੌਣ? ਇੱਕ ਪਾਸੇ ਬਜ਼ੁਰਗ ਜੀ ਦੇ ਹੱਥ ਕੰਬਦੇ ਪਏ ਨੇ, ਦੂਜੇ ਪਾਸੇ ਬੱਚਾ ਚੱਕਿਆ, ਉਹਦੇ ਤੋਂ ਵੀ ਨਹੀਂ ਜਾਂਦਾ। ਹੁਣ ਬਾਪੂ ਵਿਚਾਰਾ ਇੱਧਰ ਉੱਧਰ ਦੇਖੇ ਵੀ ਮੇਰੀ ਪੰਡ ਚੱਕ ਕੇ ਕੌਣ ਲਿਜਾਵੇ। ਤੇ ਕਹਿੰਦੇ ਨੇ ਵੀ ਇੰਨੀ ਦੇਰ ਨੂੰ ਇੱਕ ਨਾ ਚਿੱਟ ਦਾੜੀਏ ਵਾਲਾ, ਇੱਕ ਉੱਚੇ ਲੰਮੇ ਕੱਦ ਵਾਲਾ ਮਨੁੱਖ ਆਇਆ ਤੇ ਕਹਿਣ ਲੱਗਾ, ਬਾਬਾ ਜੇ ਤੇਰਾ ਜਵਾਨ ਪੁੱਤ ਹੁੰਦਾ ਨਾ, ਉਹਨੇ ਮੋਢੇ 'ਤੇ ਚੱਕ ਕੇ ਤੇਰੀ ਗੰਢ ਰੱਖ ਕੇ ਆਉਣੀ ਸੀ, ਤੂੰ ਮੈਨੂੰ ਆਪਣਾ ਪੋਤੀ ਸਮਝ, ਚੱਲ ਤੇਰੀ ਇਹ ਜਿਹੜੀ ਗੰਠੜੀ ਮੈਂ ਛੱਡ ਕੇ ਆਉਣਾ। ਬਾਪੂ ਕਹਿਣ ਲੱਗਾ, ਪੁੱਤ ਮੈਂ ਤੈਨੂੰ ਖੇਚਲ ਨਹੀਂ ਦੇਣੀ ਚਾਹੁੰਦਾ, ਪਰ ਮੈਂ ਕਰਾਂ ਕਿ ਮੇਰੇ ਮੋਢੇ ਹੁਣ ਭਾਰ ਨਹੀਂ ਚੱਲਦੇ। ਉਸ ਮਨੁੱਖ ਨੇ ਉਸ ਪੰਡ ਨੂੰ ਮੋਢੇ 'ਤੇ ਚੁੱਕਿਆ ਤੇ ਉਸ ਘਰ ਦੇ ਵਿੱਚ ਜਾ ਕੇ ਰੱਖਿਆ ਜਿੱਥੇ ਉਹ ਬਾਬਾ ਰਹਿੰਦਾ ਸੀ। ਉੱਥੇ ਉਹ ਪੰਡ ਰੱਖੀ ਤੇ ਤੁਰਨ ਲੱਗਾ ਏ, ਤੇ ਬਾਬੇ ਨੇ ਮੋਢੇ 'ਤੇ ਹੱਥ ਰੱਖ ਕੇ ਰੋਕ ਲਿਆ, ਪੁੱਤਰ ਇੰਨਾ ਅਹਿਸਾਨ ਮੇਰੇ 'ਤੇ ਕੀਤਾ ਹੀ, ਮੇਰੇ ਸਿਰ 'ਤੇ ਤੇਰਾ ਕਰਜ਼ਾ, ਜਾਂਦਿਆਂ ਦੱਸਦਾ ਤੇ ਜਾ ਵੀ ਹੈ ਤੂੰ ਕੌਣ। ਉਹਨੇ ਹੱਥ ਜੋੜ ਲਏ, ਕਹਿਣ ਲੱਗਾ, ਬਾਬਾ ਤੂੰ ਜਾਣ ਕੇ ਕੀ ਲੈਣਾ, ਮੈਨੂੰ ਜਾਣ ਦੇ। ਕਹਿਣ ਲੱਗਾ, ਨਹੀਂ ਭਲਿਆ, ਮੈਂ ਇੰਜ ਨਹੀਂ ਜਾਣ ਦੇਣਾ, ਮੈਨੂੰ ਦੱਸਦਾ ਤੇ ਸਹੀ ਤੂੰ ਹੈ ਕੌਣ। ਤੇ
ਤੇ ਉਹ ਮਨੁੱਖ ਕਹਿਣ ਲੱਗਾ ਵੀ ਬਾਬਾ ਜੇ ਤੂੰ ਜਾਣਨਾ ਹੀ ਚਾਹੁੰਦਾ ਹੈ ਨਾ ਮੈਂ ਕੌਣ ਆ, ਤੇ ਫਿਰ ਸੁਣ ਲਾ, ਕੰਨ ਖੋਲ੍ਹ ਕੇ ਸੁਣ ਲਾ। ਇਸ ਧਰਤੀ ਦੇ ਲੋਕ ਮੈਨੂੰ ਸ਼ੇਰੇ ਪੰਜਾਬ ਕਹਿੰਦੇ ਨੇ, ਤੇ ਨਾਮ ਹੈ ਮੇਰਾ ਮਹਾਰਾਜਾ ਰਣਜੀਤ ਸਿੰਘ। ਰਣਜੀਤ ਸਿੰਘ ਮੇਰਾ ਨਾਮ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਉਸ ਰਣਜੀਤ ਸਿੰਘ ਨੇ ਕਿਸੇ ਦੀਆਂ ਵੋਟਾਂ ਨਹੀਂ ਸੀ ਲੈਣੀਆਂ ਉਦੋਂ, ਯਾਦ ਰੱਖਿਓ। ਕੋਈ ਇਲੈਕਸ਼ਨ ਨਹੀਂ ਸੀ ਹੁੰਦੇ ਉਦੋਂ, ਕੋਈ ਵੋਟਾਂ ਨਹੀਂ ਸੀ ਲਿਆਉਣੀਆਂ। ਆਪਣੇ ਡੋਲਿਆਂ ਦੇ ਜ਼ੋਰ ਦੇ ਨਾਲ ਉਹਨੇ ਉਹ ਤਖਤ 'ਤੇ ਬੈਠਾ ਸੀ, ਪਰ ਇੰਨੀ ਤਾਕਤ ਹੁੰਦਿਆਂ ਵੀ ਕਦੀ ਉਹ ਗਰਾਊਂਡ ਲੈਵਲ ਨਹੀਂ ਸੀ ਛੱਡਦਾ, ਗਰੀਬਾਂ ਦੇ ਘਰ ਨਹੀਂ ਸੀ ਛੱਡਦਾ ਕਦੀ। ਉਹ ਵੀ ਸਮਾਂ ਹੋਇਆ ਕਰਦਾ ਸੀ ਸਾਡੇ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਧ ਸੰਗਤ, ਸਿੱਖ ਨੇ ਰਾਜ ਵੀ ਕਰਨਾ। ਗੁਰਬਾਣੀ ਸਾਨੂੰ ਗਰੀਬ ਰਹਿਣਾ ਨਹੀਂ ਸਿਖਾਉਂਦੀ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਨਿਰਧਨ ਆਦਰ ਕੋਈ ਨਾ ਦੇ, ਮੈਂ ਥੋੜ੍ਹਾ ਜਿਹਾ ਵਿਸ਼ੇ 'ਚੋਂ ਤਾਂ ਨਿਕਲਿਆ, ਦਰਦ ਉੱਠਦਾ ਹੈ ਜੀ। ਅੱਜ ਪੰਜਾਬ ਦੇ ਹਾਲਾਤ ਦੇਖਦੇ ਹਾਂ, ਸਾਡੇ ਕਿਸਾਨ ਵੀਰ ਉਸ ਬਾਰਡਰ 'ਤੇ ਰੁਲਦੇ ਦੇਖਦੇ ਹਾਂ, ਅਤੇ ਉਹ ਰਾਜੇ ਦਾ, ਉਹ ਮਹਾਰਾਜੇ ਦਾ ਰਾਜ ਯਾਦ ਆ ਜਾਂਦਾ ਹੈ। ਕਿੰਨਾ ਸੁੱਖ ਹੁੰਦਾ ਹੋਵੇਗਾ ਉਸ ਰਾਜ ਦੇ ਵਿੱਚ। ਅਸੀਂ ਨੌਜਵਾਨਾਂ ਨੂੰ ਸੁਚੇਤ ਕਰੀਏ। ਮੈਂ ਬੇਨਤੀ ਕਰਾਂ, ਸਾਡੇ ਸਿਲੇਬਸ ਦੇ ਵਿੱਚ ਨਾ ਜੀ ਔਰੰਗਜ਼ੇਬ ਦਾ ਇਤਿਹਾਸ ਪੜ੍ਹਾਇਆ ਜਾਂਦਾ, ਜਿਹਨੇ ਇੰਨਾ ਜ਼ੁਲਮ ਕੀਤਾ। ਕਦੀ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਾਇਆ, ਜਿਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਲੈ ਕੇ ਦਿੱਤੀਆਂ। ਹੋਰ ਕਿੰਨੇ ਇਤਿਹਾਸ ਪੜ੍ਹਾਏ ਜਾਂਦੇ। ਕਦੀ ਮਹਾਰਾਜੇ ਰਣਜੀਤ ਸਿੰਘ ਦਾ ਇਤਿਹਾਸ ਪੜ੍ਹਾਇਆ ਜਾਂਦਾ, ਜਿਹਨੇ ਇੰਨਾ ਸੋਹਣਾ ਰਾਜ ਦਿੱਤਾ ਪੂਰੀ ਦੁਨੀਆ ਨੂੰ। ਖੈਰ, ਮੈਂ ਆਪਣੇ ਵਿਸ਼ੇ 'ਤੇ ਆਵਾਂ। ਅਹਨਿਸ ਔਧ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੌਰਾ। ਮਹਾਰਾਜ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚਿੱਤ ਨਾ ਧਰੇ। ਜੋ ਨਿਰਧਨ ਸਰਤਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੇ ਗਰੀਬ ਬੰਦਾ ਅਮੀਰ ਦੇ ਘਰ ਚਲਾ ਜਾਵੇ ਨਾ, ਉਹ ਪਿੱਠ ਕਰਕੇ ਬਹਿ ਜਾਂਦਾ ਵੀ ਇਹ ਗਰੀਬ ਜਿਹਾ ਬੰਦਾ, ਥੱਲੇ ਬਹਿ ਜਾ ਤੂੰ, ਤੇਰੇ ਮੇਰੀ ਬਰਾਬਰ ਦੀ ਔਕਾਤ ਨਹੀਂ ਤੇਰੀ। ਇੰਝ ਹੀ ਗੱਲਾਂ ਕਰਦੇ ਨੇ ਜੀ। ਜੋ ਨਿਰਧਨ ਸਰਤਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਤੇ ਜੇ ਉਲਟ ਹੋ ਜਾਵੇ, ਜੋ ਸਰਤਨ ਨਿਰਤਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਤੇ ਜੇ ਚੌਧਰੀ ਬੰਦਾ ਗਰੀਬ ਦੇ ਘਰ ਆ ਜਾਵੇ, ਗਰੀਬ ਕਦੀ ਪਾਣੀ ਪੁੱਛੋ ਜੀ, ਪਾਣੀ ਰੋਟੀ ਛਕਾਈਏ ਜੀ, ਇੰਝ ਹੀ ਹੁੰਦਾ ਨਾ ਜੀ। ਗਰੀਬ ਬੰਦਾ ਚੌਧਰੀਆਂ ਘਰ ਚਲਾ ਜਾਵੇ, ਉਹ ਪਾਣੀ ਵੀ ਨਹੀਂ ਪੁੱਛਦਾ। ਚੌਧਰੀ ਬੰਦਾ ਗਰੀਬ ਦੇ ਘਰ ਆ ਜਾਵੇ ਨਾ ਜੀ, ਉਹ ਗਰੀਬ ਵਿਚਾਰਾ ਬੰਦਾ ਅੱਗੇ ਪਿੱਛੇ ਭੱਜਾ ਫਿਰਦਾ। ਮਹਾਰਾਜ ਕਹਿੰਦੇ ਗਰੀਬਾਂ ਨੂੰ ਆਦਰ ਨਹੀਂ ਮਿਲਦਾ। ਇਹ ਦੁੱਖ ਆ ਸਾਡੇ ਸਮਾਜ ਦਾ। ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਬਣੇ। ਇੱਕ ਪਾਸੇ ਮੇਰਾ ਬਾਬਾ ਨਾਨਕ ਕਹਿੰਦਾ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜੇ ਗੁਰੂ ਨਾਨਕ ਦੀ ਬਖਸ਼ਿਸ਼ ਲੈਣੀ ਆ ਨਾ ਮਨੁੱਖਾ, ਇਹ ਸਿੱਖਾ, ਨੀਵਿਆਂ ਦੀ ਸਾਰ ਲੈਣੀ ਸਿੱਖ ਲੈ। ਨੀਵਿਆਂ ਦੇ ਕੋਲ ਬਹਿਣਾ ਸਿੱਖ ਲੈ। ਨੀਵਿਆਂ ਨੂੰ ਪਾਣੀ ਪੁੱਛਣਾ ਸਿੱਖ ਲੈ। ਨੀਵਿਆਂ ਨੂੰ ਵੀ ਕਦੀ ਫਤਿਹ ਬੁਲਾਉਣੀ ਸਿੱਖ ਲੈ। ਨੀਵਿਆਂ ਨੂੰ ਵੀ ਜੱਫੀ ਪਾਉਣੀ ਸਿੱਖ ਲੈ, ਜੇ ਗੁਰੂ ਨਾਨਕ ਦੀ ਬਖਸ਼ਿਸ਼ ਲੈਣੀ ਹੈ। ਜਿੱਥੇ ਨੀਚ ਸੰਭਾਲੀ ਨਾ, ਮੈਂ ਬੇਨਤੀ ਕਰਕੇ ਜਾਵਾਂਗਾ, ਨੌਜਵਾਨੋ, ਮੇਰੇ ਬਜ਼ੁਰਗੋ, ਤੁਸੀਂ ਸਿਆਣੇ ਜੇ ਮੇਰੇ ਤੋਂ, ਮੇਰੀ ਉਹ ਭੈਣੋ, ਬੀਬੀਓ, ਇਹ ਚੀਜ਼ ਸਿੱਖ ਕੇ ਜਾਇਓ। ਜੇ ਗੁਰੂ ਨਾਨਕ ਦੀ ਬਖਸ਼ਿਸ਼ ਲੈਣੀ ਆ, ਭੁੱਲ ਜਾਇਓ ਫਲਾਣੇ ਦੀ ਜਾਤ ਕੀ ਆ, ਭੁੱਲ ਜਾਓ ਉਹਦੀ ਨੌਕਰੀ ਕੀ ਆ, ਭੁੱਲ ਜਾਓ ਉਹਦਾ ਰੰਗ ਕਿਹੋ ਜਿਹਾ ਹੈ। ਗੁਰੂ ਨਾਨਕ ਦੀ ਬਖਸ਼ਿਸ਼ ਲੈਣੀ ਆ, ਕਦੀ ਨੀਵਿਆਂ ਨੂੰ ਵੀ ਆਪਣੀ ਗਲਵੱਕੜੀ 'ਚ ਲੈ ਕੇ ਵੇਖੋ, ਕਦੀ ਗਰੀਬਾਂ ਨੂੰ ਵੀ ਇੱਜ਼ਤ ਲੈ ਕੇ ਦੇਖੋ। ਮੈਂ ਤਾਂ ਬੇਨਤੀ ਕਰਦਾ ਹੁੰਦਾ ਹੈ, ਚੌਧਰੀ ਬੰਦਾ ਹੋਵੇ ਨਾ, ਗਲੀ 'ਚੋਂ ਲੰਘਦੇ ਹਾਂ ਅਸੀਂ, ਸਤਿ ਸ੍ਰੀ ਅਕਾਲ ਬੁਲਾ ਕੇ ਲੰਘਦੇ ਹਾਂ। ਇਹ ਪ੍ਰਣ ਕਰਕੇ ਜਾਇਓ, ਮੈਂ ਗਲੀ 'ਚੋਂ ਲੰਘ ਰਿਹਾ ਨਾ, ਜਿਸ ਬੰਦੇ ਦੀ ਕਦੀ ਬਾਤ ਵੀ ਨਹੀਂ ਨਾ ਪੁੱਛਦਾ, ਮੈਂ ਉਹਨੂੰ ਫਤਿਹ ਬੁਲਾ ਕੇ ਜਾਵਾਂਗਾ। ਇਹ ਪ੍ਰਣ ਕਰਕੇ ਜਾਇਓ। ਮੈਂ ਤੁਰਿਆ ਜਾ ਰਿਹਾ ਮੋੜ 'ਤੇ, ਉਹ ਕੋਈ ਪਾਟੇ ਜੇ ਕੱਪੜਿਆਂ ਵਾਲਾ ਖੜਿਆ, ਵਿਚਾਰਾ ਸਫਾਈ ਵੀ ਨਹੀਂ ਰੱਖਦਾ, ਕੋਈ ਪੁੱਛਦਾ ਨਹੀਂ। ਜੇ ਤੁਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ, ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਜਾਏ, ਬਜ਼ੁਰਗੋ ਸਤਿ ਸ੍ਰੀ ਅਕਾਲ ਜੀ। ਬੱਚਿਓ ਸਿੱਖ ਕੇ ਜਾਇਓ ਇਹ ਗੱਲ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜੇ ਗੁਰੂ ਨਾਨਕ ਦੀ ਬਖਸ਼ਿਸ਼ ਲੈਣੀ ਆ ਨਾ, ਕਦੀ ਗਰੀਬਾਂ ਦੀ ਵੀ ਇੱਜ਼ਤ ਕਰਨੀ ਸਿੱਖੋ। ਪਰ ਆਮ ਤੌਰ 'ਤੇ ਗਰੀਬਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਜੀ। ਅਤੇ ਕਬੀਰ ਸਾਹਿਬ ਕਹਿੰਦੇ ਨੇ, ਇਹ ਬਚਨ ਦੁਬਾਰਾ ਸੁਣਿਓ, ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚਿੱਤ ਨਾ ਧਰੇ। ਜੋ ਨਿਰਧਨ ਸਰਤਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੋ ਸਰਤਨ ਨਿਰਤਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਪਰ ਕਬੀਰ ਜੀ ਕਹਿੰਦੇ ਨੇ, ਨਿਰਧਨ ਸਰਤਨ ਦੋਨੋਂ ਭਾਈ, ਦੋਨੋਂ ਭਰਾ ਹੀ ਨੇ, ਇੱਕੋ ਪਰਮਾਤਮਾ ਦੇ ਬੱਚੇ ਨੇ। ਭਾਵੇਂ ਗਰੀਬ ਆ ਭਾਵੇਂ ਅਮੀਰ ਆ, ਇੱਕੋ ਪਰਮਾਤਮਾ ਦੀ ਆ ਨਾ ਅਸੀਂ। ਇੱਕੋ ਜਿਹੇ ਨੱਕ, ਇੱਕੋ ਜਿਹੀਆਂ ਅੱਖਾਂ, ਇੱਕੋ ਜਿਹੇ ਕੰਨ, ਇੱਕੋ ਜਿਹਾ ਮੂੰਹ, ਇੱਕੋ ਜਿਹਾ ਸਰੀਰ, ਸਾਰਾ ਕੁਛ ਰੱਬ ਨੇ ਇੱਕੋ ਜਿਹਾ ਜੇ ਬਣਾਇਆ ਹੈ। ਇੱਕੋ ਪਰਮਾਤਮਾ ਦੇ ਜੇ ਅਸੀਂ ਬੱਚੇ ਆ ਨਾ, ਫਿਰ ਅਸੀਂ ਦੋਨੋਂ ਭਰਾ ਹੀ ਆ, ਭਾਵੇਂ ਗਰੀਬ ਹੋਵੇ ਤੇ ਭਾਵੇਂ ਅਮੀਰ ਹੋਵੇ। ਨਿਰਧਨ ਸਰਤਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ।
ਤੇ ਮਹਾਰਾਜ ਨੇ ਫਿਰ ਇਹ ਵੀ ਦੱਸ ਦਿੱਤਾ, ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਮਹਾਰਾਜ ਕਹਿੰਦੇ ਉਹ ਚੌਧਰੀਆ, ਗਰੀਬਾਂ ਨੂੰ ਤੂੰ ਇੱਜ਼ਤ ਨਹੀਂ ਦਿੰਦਾ, ਤੂੰ ਸੋਚਦਾ ਤੂੰ ਅਮੀਰ ਤੇ ਉਹ ਗਰੀਬ। ਮੈਂ ਤੈਨੂੰ ਸੱਚ ਕਰਕੇ ਦੱਸ ਦਿੰਦਾ ਹੈ, ਇਹ ਗੱਲ ਯਾਦ ਰੱਖ ਲੈ, ਅਸਲੀ ਕੰਗਾਲ ਪਤਾ ਕੌਣ ਹੈ? ਜਿਹਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ ਹੁੰਦਾ, ਜਿਹਦੇ ਹਿਰਦੇ ਵਿੱਚ ਸਿੱਖੀ ਨਹੀਂ, ਜਿਹਦੇ ਹਿਰਦੇ ਵਿੱਚ ਗੁਣ ਨਹੀਂ, ਉਹ ਅਸਲੀ ਗਰੀਬ। ਭਾਵੇਂ ਉਹ ਤਖਤ ਤੇ ਬੈਠਾ ਹੈ, ਭਾਵੇਂ ਉਹਦੇ ਬੈਂਕ ਦੇ ਵਿੱਚ ਕਰੋੜਾਂ ਰੁਪਈਏ ਨੇ, ਪਰ ਜੇ ਤੈਨੂੰ ਕਿਸੇ ਗਰੀਬ ਦੀ ਸਾਰ ਨਹੀਂ ਲੈਣੀ ਆਉਂਦੀ, ਤੂੰ ਸਭ ਤੋਂ ਗਰੀਬ ਬੰਦਾ ਹੈ, ਸਭ ਤੋਂ ਕੰਗਾਲ ਬੰਦਾ ਹੈ। ਮਹਾਰਾਜ ਕਹਿੰਦੇ ਕਹਿ ਕਬੀਰ ਨਿਰਤਨ ਹੈ ਸੋਈ, ਸੌਖਾ ਜਿਹਾ ਸ਼ਬਦ ਹੈ ਨਾ, ਕਹਿ ਕਬੀਰ ਨਿਰਤਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਅਸਲੀ ਗਰੀਬ ਉਹ ਹੈ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਜਿਹਦੇ ਹਿਰਦੇ ਵਿੱਚ ਤਰਸ ਨਹੀਂ, ਜਿਹਦੇ ਹਿਰਦੇ ਵਿੱਚ ਦਇਆ ਨਹੀਂ, ਜਿਹਨੂੰ ਬੋਲਣ ਦਾ ਸਲੀਕਾ ਨਹੀਂ, ਜਿਹਨੂੰ ਕਿਸੇ ਨੂੰ ਇੱਜ਼ਤ ਨਹੀਂ ਦੇਣੀ ਆਉਂਦੀ, ਜਿਹਨੂੰ ਕਿਸੇ ਨੂੰ ਫਤਿਹ ਨਹੀਂ ਬੁਲਾਉਣੀ ਆਉਂਦੀ, ਜਿਹਨੂੰ ਕਿਸੇ ਦੀ ਸਾਰ ਨਹੀਂ ਲੈਣੀ ਆਉਂਦੀ, ਜਿਹਨੂੰ ਕਿਸੇ ਨੂੰ ਪਾਣੀ ਨਹੀਂ ਪੁੱਛਣਾ ਆਉਂਦਾ, ਜਿਹਨੂੰ ਕਿਸੇ ਨੂੰ ਆਦਰ ਨਹੀਂ ਦੇਣਾ ਆਉਂਦਾ। ਦੁਨੀਆ ਦਾ ਸਭ ਤੋਂ ਗਰੀਬ, ਤੇ ਭਾਵੇਂ ਕੋਈ ਕੱਖਾਂ ਦੀ ਕੁੱਲੀ 'ਚ ਰਹਿੰਦਾ ਹੈ, ਜੇ ਹੱਸ ਕੇ ਹਰ ਕਿਸੇ ਨੂੰ ਫਤਿਹ ਬੁਲਾ ਰਿਹਾ ਹੈ, ਹਰ ਕਿਸੇ ਨੂੰ ਆਦਰ ਦੇ ਰਿਹਾ ਹੈ, ਹਰ ਕਿਸੇ ਨੂੰ ਪਾਣੀ ਪੁੱਛ ਰਿਹਾ ਹੈ, ਮਹਾਰਾਜ ਕਹਿੰਦੇ ਹੌਸਲਾ ਨਾ ਹਾਰੀ। ਕੀ ਹੋਇਆ ਤੂੰ ਕੱਖਾਂ ਦੀ ਕੁੱਲੀ 'ਚ ਬੈਠਾ ਹੈ? ਦੁਨੀਆ ਦਾ ਸਭ ਤੋਂ ਅਮੀਰ ਆ, ਕਿਉਂਕਿ ਤੈਨੂੰ ਜ਼ਿੰਦਗੀ 'ਚ ਵਿਚਰਨਾ ਆਉਂਦਾ ਹੈ, ਤੈਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਪਤਾ ਹੈ, ਤੂੰ ਅਸਲੀ ਮਨੁੱਖ ਆ। ਤੇ ਆ ਜਿਹੜੇ ਚੌਧਰੀ ਬਣ ਕੇ ਬੈਠੇ ਗਰੀਬਾਂ ਦੀ ਸਾਰ ਨਹੀਂ ਪੁੱਛਦੇ, ਸਭ ਤੋਂ ਕੰਗਾਲ ਨੇ, ਸਭ ਤੋਂ ਕੰਗਾਲ ਨੇ। ਇਹ ਬਚਨ ਤੇ ਮੈਂ ਜ਼ੋਰ ਤਾਂ ਦਿੱਤਾ ਸਾਧ ਸੰਗਤ, ਗ੍ਰਹਿ ਸੋਭਾ ਜਾ ਕਹਿ ਰੇ ਨਾਹੇ, ਆਵਤ ਪਈਆ ਖੁਦੇ ਜਾਹੇ। ਮਹਾਰਾਜ ਕਹਿੰਦੇ ਜਿੰਨਾ ਘਰ ਧਨ ਨਹੀਂ ਹੁੰਦਾ ਨਾ, ਉਹਨਾਂ ਦੇ ਘਰ ਤਾਂ ਆਏ ਮੁਸਾਫਰ ਵੀ ਖਾਲੀ ਮੁੜ ਜਾਂਦੇ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਹੋਕਾ ਦਿੱਤਾ, ਸਿੱਖਾ ਤੂੰ ਕਿਰਤ ਨਾ ਛੱਡੀ। ਜੇ 4 ਪੈਸੇ ਕਮਾਏਗਾ ਤੇ ਕਿਸੇ ਦੀ ਸੇਵਾ ਕਰੇਗਾ ਨਾ, 4 ਪੈਸੇ ਕਮਾਏਗਾ ਤੇ ਦਸਵੰਧ ਕੱਢੇਗਾ ਨਾ, 4 ਪੈਸੇ ਕਮਾਏਗਾ ਤੇ ਕਿਸੇ ਭੁੱਖੇ ਨੂੰ ਰੋਟੀ ਦੇਵੇਗਾ ਨਾ। ਤੇ ਇਹ ਮੈਂ ਬੇਨਤੀ ਕਰਾਂ ਬੱਚਿਓ, ਸੁਪਨਾ ਲਿਓ, ਅਸੀਂ IAS ਆਫੀਸਰ ਬਣਨਾ ਹੈ, ਅਸੀਂ ਆ ਛੋਟੀਆਂ ਮੋਟੀਆਂ ਨੌਕਰੀਆਂ ਨਹੀਂ ਕਰਨੀਆਂ। ਅਸੀਂ ਕਿੱਡੇ ਕੁ ਸੁਪਨੇ ਲਾਉਂਦੇ ਆ ਜੀ। ਜੇ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਹੈ ਨਾ, ਰਾਜ ਕਰੇਗਾ ਖਾਲਸਾ, ਲੋਭ ਦੀ ਗੱਲ ਆਈ ਆ, ਇਸ ਚੀਜ਼ ਦਾ ਵਖਰੇਵਾਂ ਸਮਝਣਾ ਪੈਣਾ ਜੀ ਆਪਾਂ ਨੂੰ। ਲੋਭ ਕੀ ਆ? ਤੇ ਇੱਕ ਉੱਚੀ ਪਦਵੀ ਤੇ ਬੈਠ ਕੇ ਵੀ ਪਰਮਾਤਮਾ ਨੂੰ ਯਾਦ ਰੱਖਣਾ ਕੀ ਆ? ਅਸੀਂ ਉਸ ਮੁਕਾਮ ਤੇ ਪਹੁੰਚਣਾ। ਲਾਲਚੀ ਬੰਦਾ ਵੀ ਅਫਸਰ ਬਣ ਜਾਂਦਾ ਹੈ, ਪਰ ਵੇਖੋ ਫਰਕ ਕੀ ਆ? ਜਿਹੜਾ ਇਸ ਸੰਕਲਪ ਦੇ ਨਾਲ ਚੱਲਦਾ, ਰਾਜ ਕਰੇਗਾ ਖਾਲਸਾ, ਜਿਹੜੇ ਸਿੱਖ ਇਸ ਸੰਕਲਪ ਦੇ ਨਾਲ ਚੱਲਦੇ ਨੇ, ਮੈਂ ਅਫਸਰ ਬਣਨਾ ਹੈ, ਮੈਂ IAS ਆਫੀਸਰ ਬਣਨਾ ਹੈ, ਮੈਂ ਵੱਡੀ ਕੁਰਸੀ ਤੇ ਬੈਠਣਾ ਹੈ, ਮੈਂ ਮੰਤਰੀ ਬਣਨਾ, ਮੈਂ ਸੰਤਰੀ ਬਣਨਾ, ਮੈਂ ਚੌਧਰੀ ਬਣਨਾ ਹੈ, ਮੈਂ ਜ਼ਮੀਨਾਂ ਦਾ ਮਾਲਕ ਬਣਨਾ ਹੈ, ਉਸ ਸੰਕਲਪ ਦੇ ਅਧੀਨ ਰਹਿਣ ਵਾਲਾ ਤੇ ਲਾਲਚ ਦੇ ਅਧੀਨ ਰਹਿਣ ਵਾਲੇ ਦੇ ਵਿੱਚ ਫਰਕ ਕੀ ਹੋਏਗਾ? ਲਾਲਚੀ ਬੰਦਾ ਜਦੋਂ ਪਦਵੀ ਤੇ ਪਹੁੰਚੇਗਾ ਨਾ, ਗਰੀਬਾਂ ਦੀ ਸਾਰ ਵੀ ਨਹੀਂ ਲਏਗਾ, ਰਿਸ਼ਵਤ ਲਏਗਾ। ਤੇ ਇੱਕ ਚੰਗਾ ਇਨਸਾਨ ਜਦੋਂ ਉੱਚੀ ਪਦਵੀ ਤੇ ਪਹੁੰਚੇਗਾ ਨਾ, ਵੱਡੀ ਕੁਰਸੀ ਤੇ ਬੈਠ ਕੇ ਵੀ ਉਹ ਕਦੀ ਗਰੀਬਾਂ ਨੂੰ ਖੁਆਰ ਨਹੀਂ ਹੋਣ ਦਿੰਦਾ। ਆ ਕਚਹਿਰੀਆਂ ਚਲ ਜਾਓ ਜੀ, ਕਿੰਨਾ ਖੁਆਰ ਕਰਦੇ ਨੇ ਵੱਡੇ ਅਫਸਰ। ਤੇ ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਨੇ, ਆ ਵੱਡੇ ਦਫ਼ਤਰਾਂ 'ਚ ਕਿਤੇ ਕੰਮ ਨਾ ਪੈ ਜੇ, ਕਿਉਂਕਿ ਪਤਾ ਨਾ ਗਰੀਬਾਂ ਨੂੰ ਬੜੇ ਧੱਕੇ ਖਾਣੇ ਪੈਂਦੇ ਜੇ। ਕੰਮ ਪੈ ਜੇ ਕਦੀ ਕਚਹਿਰੀਆਂ ਦੇ ਵਿੱਚ, ਕੰਮ ਪੈ ਜੇ ਕਿਤੇ ਥਾਣੇ ਵਿੱਚ, ਤੇ ਜਿੰਨੇ ਗਰੀਬਾਂ ਨੂੰ ਧੱਕੇ ਮਾਰੇ ਜਾਂਦੇ ਨੇ, ਉਹਨੇ ਹੋਰ ਕਿਸੇ ਨੂੰ ਨਹੀਂ ਮਾਰੇ ਜਾਂਦੇ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਚੰਗੇ ਮਨੁੱਖਾਂ ਦਾ ਉੱਚੀਆਂ ਪਦਵੀਆਂ ਤੇ ਪਹੁੰਚਣਾ ਬਹੁਤ ਜ਼ਰੂਰੀ ਆ। ਤੇ ਮਨੁੱਖ ਜਿਸ ਦਿਨ ਤੂੰ ਉੱਚੀ ਪਦਵੀ ਤੇ ਪਹੁੰਚ ਗਿਆ, ਉਸ ਦਿਨ ਲਾਲਚ ਦੇ ਅਧੀਨ ਨਾ ਹੋ ਜਾਵੀਂ। ਉੱਚੀ ਕੁਰਸੀ ਤੇ ਪਹੁੰਚ ਗਏ ਵੀ ਤੂੰ ਗਰੀਬਾਂ ਦੀ ਸੇਵਾ ਕਰਨੀ ਨਾ ਭੁੱਲੀ। ਇਸ ਸੰਕਲਪ ਦੇ ਨਾਲ ਉਸ ਅਹੁਦੇ ਤੇ ਪਹੁੰਚਣਾ ਸੀ। ਤੇ ਨੌਜਵਾਨੋ ਇਹ ਗੱਲ ਧਿਆਨ ਦੇ ਲਿਓ। ਮਹਾਰਾਜ ਇਸੇ ਕਰਕੇ ਕਬੀਰ ਜੀ ਨੇ ਨਾ ਇਹ ਬਚਨ ਕੀਤਾ ਹੈ। ਮਹਾਰਾਜ ਕਹਿੰਦੇ ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੇਜੇ। ਹੈ ਪ੍ਰਮਾਤਮਾ, ਭੁੱਖੇ ਤੋਂ ਭਗਤੀ ਨਹੀਂ ਹੁੰਦੀ। ਜੇ ਭੁੱਖ ਹੀ ਦੇਣੀ ਆ, ਫੜ ਲਾ ਆਪਣੀ ਮਾਲਾ, ਮੇਰੇ ਤੋਂ ਨਹੀਂ ਰੱਬ ਹੁੰਦਾ। ਮੈਨੂੰ ਤਾਂ ਇਹ ਨਹੀਂ ਪਤਾ ਮੈਂ 2 ਵਕਤ ਦੀ ਰੋਟੀ ਕਿਵੇਂ ਖਾਣੀ, ਮੈਂ ਹੁਣ ਰੱਬ ਕਿਵੇਂ ਕਰ ਲਾਂ। ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਤੇ ਕਬੀਰ ਸਾਹਿਬ ਨੇ ਮੰਗਿਆ ਸਭ ਕੁਛ। 2 ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਨਾ,
ਅੱਧ ਸਿਰ ਮੰਗੂ ਦਾਲੇ, ਮੁੱਕੋ ਦੋਨੋਂ ਵਕਤ ਜਿਵਾਲੇ। ਖਾਟ ਮੰਗੋ ਚੌਪਾਈ, ਸਿਰਹਾਣਾ ਅਵਰਤ ਲਾਈ। ਉੱਪਰ ਕੋ ਮੰਗੋ ਖੀਦਾ, ਤੇਰੀ ਭਗਤ ਕਰੇ ਜਨ ਥੀਂਦਾ। ਭਗਤ ਕਬੀਰ ਜੀ ਨੇ ਮੰਗਿਆ, ਪਰਮਾਤਮਾ ਇੰਨੀ ਕੁ ਕਿਰਤ ਬਖਸ਼ੀ, ਮੇਰੇ ਘਰ ਘਿਓ ਹੋਵੇ, ਮੇਰੇ ਘਰ ਆਟਾ ਹੋਵੇ, ਮੇਰੇ ਘਰ ਦਾਣੇ ਹੋਣ, ਮੇਰੇ ਘਰ ਮੰਜੇ ਹੋਣ, ਮੇਰੇ ਘਰ ਬਿਸਤਰੇ ਹੋਣ। ਤੇ ਕਬੀਰ ਜੀ ਤੁਸੀਂ ਲਾਲਚ ਕਰ ਲਿਆ। ਹੁਣ ਧਰਮੀ ਹੁਣ ਇੱਥੇ ਗੱਲ ਖੁੱਲਣੀ ਜੇ, ਧਿਆਨ ਦੇ ਕੇ ਸੁਣਿਓ। ਕੀ ਕਬੀਰ ਜੀ ਨੇ ਲਾਲਚ ਕਰ ਲਿਆ? ਘਿਓ ਮੰਗਦੇ ਪਏ, ਮੰਜਾ ਮੰਗਦੇ ਪਏ, ਬਿਸਤਰਾ ਮੰਗਦੇ ਪਏ, ਇੰਨਾ ਅੰਨ ਮੰਗਦੇ ਪਏ, ਦਾਣੇ ਮੰਗਦੇ ਪਏ। ਤੇ ਭਗਤ ਧੰਨੇ ਨੂੰ ਪੁੱਛੋ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਣੀਆਂ ਸਾਧਨ ਨੀਕਾ, ਅਨਾਜ ਮੰਗੋ ਸੱਤ ਸੀਕਾ। ਗਊ ਭੈਂਸ ਮੰਗੋ ਨਾ ਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੈ ਮੰਗੀ। ਰੱਬਾ ਜੇ ਤੂੰ ਨਹੀਂ ਦੇਵੇਂਗਾ ਨਾ, ਮੈਂ ਮੰਗ ਕੇ ਲੈ ਲੂੰਗਾ। ਕੀ ਮੰਗਦੇ ਪਏ ਭਗਤ ਧੰਨਾ ਜੀ? ਰੱਬਾ ਮੈਨੂੰ ਡੰਗਰ ਦਈ, ਮੱਝਾਂ ਦਈ, ਦੁੱਧ ਦਈ, ਸੋਹਣੀ ਇਸਤਰੀ ਘਰ ਵਾਲੀ ਵੀ ਦਈ, ਮੈਨੂੰ ਘਿਓ ਦਈ, ਮੈਨੂੰ ਅਨਾਜ ਦਈ। ਭਗਤ ਧੰਨਾ ਜੀ, ਭਗਤ ਕਬੀਰ ਜੀ, ਤੁਸੀਂ ਅੰਨ ਮੰਗਦੇ ਪਏ, ਦਾਣੇ ਮੰਗਦੇ ਪਏ, ਇਹ ਕੁਝ ਮੰਗਦੇ ਪਏ, ਤੁਸੀਂ ਲਾਲਚ ਕਰ ਲਿਆ ਜੇ। ਤੇ ਹੁਣ ਕਬੀਰ ਜੀ ਜਵਾਬ ਦਿੰਦੇ ਨੇ, ਧਿਆਨ ਦੇ ਕੇ ਸੁਣਿਆ, ਇੱਥੇ ਨਿਚੋੜ ਨਿਕਲਣਾ। ਕਬੀਰ ਜੀ ਪਤਾ ਕੀ ਕਹਿੰਦੇ? ਕਹਿੰਦੇ ਮੈਂ ਨਾ ਹੀ ਕੀਤਾ ਲੱਭੋ। ਇਹ ਦੁਨੀਆ ਵਾਲਿਓ ਇਹ ਨਾ ਸੋਚ ਬੈਠੋ ਮੈਂ ਲਾਲਚ ਕਰ ਲਿਆ। ਮੈਂ ਲਾਲਚ ਨਹੀਂ ਕੀਤਾ। ਐਨਿਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੌਰਾ। ਇਹ ਗੱਲ ਕਬੀਰ ਜੀ ਤੇ ਨਹੀਂ ਟੁੱਕਦੀ ਪਈ। ਕਹਿੰਦੇ ਮੈਂ ਭਾਵੇਂ ਅੰਨ ਮੰਗਿਆ, ਭਾਵੇਂ ਘਿਓ ਮੰਗਿਆ, ਭਾਵੇਂ ਮੰਜੇ ਮੰਗੇ, ਭਾਵੇਂ ਅਨਾਜ ਮੰਗਿਆ, ਭਾਵੇਂ ਡੰਗਰ ਮੰਗੇ, ਭਾਵੇਂ ਪਰਿਵਾਰ ਮੰਗਿਆ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਭਾਵੇਂ ਇਹ ਸਭ ਕੁਝ ਮੰਗਿਆ, ਪਰ ਮੈਂ ਇਹ ਸਭ ਕੁਝ ਲਾਲਚ ਅਧੀਨ ਨਹੀਂ ਮੰਗਿਆ। ਕਬੀਰ ਜੀ ਫਿਰ ਮੰਗਿਆ ਕਿਉਂ? ਦੱਸ ਦੋ ਨਾ ਹੁਣ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਤੇ ਕਬੀਰ ਜੀ ਜਵਾਬ ਦਿੰਦੇ ਨੇ, ਹੋ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਣਾ। ਰੱਬਾ ਮੈਂ ਇਹ ਸਭ ਕੁਝ ਇਸ ਕਰਕੇ ਮੰਗ ਰਿਹਾ ਹਾਂ, ਤੇਰਾ ਭਗਤ ਹੋਵੇ, ਤੇਰੇ ਭਗਤ ਨੂੰ ਭੁੱਖ ਲੱਗੀ ਹੋਵੇ, ਤੇ ਤੇਰਾ ਭਗਤ ਕਿਸੇ ਦੇ ਘਰ ਜਾ ਕੇ ਮੰਗਦਾ ਫਿਰੇ, ਗੱਲ ਚੰਗੀ ਨਹੀਂ ਲੱਗਦੀ। ਤੇਰਾ ਭਗਤ ਕਿਸੇ ਅੱਗੇ ਹੱਥ ਅੱਡਦਾ ਫਿਰੇ, ਇਹ ਗੱਲ ਚੰਗੀ ਨਹੀਂ ਲੱਗਦੀ। ਤੇਰਾ ਭਗਤ ਨੂੰ ਠੰਡ ਲੱਗਦੀ ਹੋਵੇ ਤੇ ਗਵਾਂਢੀਆਂ ਘਰ ਰਜਾਈ ਮੰਗਣ ਜਾਵੇ, ਇਹ ਗੱਲ ਚੰਗੀ ਨਹੀਂ ਲੱਗਦੀ। ਤੇਰੇ ਭਗਤ ਨੂੰ ਲੋੜ ਪੈ ਜਾਵੇ ਤੇ ਚੌਧਰੀਆਂ ਦੀ ਮੁਥਾਜੀ ਕਰਦਾ ਫਿਰੇ, ਇਹ ਗੱਲ ਚੰਗੀ ਨਹੀਂ ਲੱਗਦੀ। ਰੱਬਾ ਇੰਨਾ ਕੁਝ ਦੇ ਦੇਵੀਂ ਕਿ ਮੈਨੂੰ ਕਿਸੇ ਦੀ ਮੁਥਾਜੀ ਨਾ ਕਰਨੀ ਪਵੇ, ਇਸ ਤੋਂ ਵੱਧ ਕੇ ਮੈਂ ਲਾਲਚ ਨਹੀਂ ਕਰਦਾ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਹੋ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਣਾ। ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਗੱਲ ਕਹੀ ਹੈ, ਫਰੀਦਾ ਬਾਰ ਪਰਾਇਆਂ ਬੈਸਨਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਹੇ ਪਰਮਾਤਮਾ ਮੇਰੇ ਤੇ ਅਹਿਸਾਨ ਕਰੀ, ਇੰਨਾ ਕੁਝ ਦੇਵੀਂ ਕਿ ਮੈਂ ਕਿਸੇ ਦੀ ਮੁਥਾਜੀ ਨਾ ਕਰਾਂ। ਤੇ ਜੇ ਮੈਨੂੰ ਮੁਥਾਜ ਹੀ ਬਣਾਉਣਾ, ਮੇਰੇ ਸਰੀਰ 'ਚੋਂ ਜਿੰਦ ਕੱਢ ਲਈ, ਕਿਉਂਕਿ ਮੈਂ ਮਰਨਾ ਕਬੂਲ ਸਕਦਾ, ਕਿਸੇ ਦੀ ਮੁਥਾਜੀ ਨਹੀਂ ਕਬੂਲ ਸਕਦਾ। ਤੇਰੇ ਭਗਤ ਕਿਸੇ ਅੱਗੇ ਜਾ ਕੇ ਹੱਥ ਨਹੀਂ ਅੱਡੇਗਾ। ਤੇਰਾ ਭਗਤ ਕਿਸੇ ਘਰ ਮੰਗਣ ਨਹੀਂ ਜਾਏਗਾ। ਤੇਰੇ ਭਗਤ ਨੂੰ ਇੰਨਾ ਦਵੀਂ ਕਿ ਆਪਣੀ ਰੋਟੀ ਪੂਰੀ ਖਾ ਸਕੇ, ਕਿਸੇ ਘਰ ਮੰਗਣ ਨਾ ਜਾਵੇ, ਕਿਸੇ ਦੀ ਮੁਥਾਜੀ ਨਾ ਕਰਨੀ ਪਵੇ। ਫਰੀਦਾ ਬਾਰ ਪਰਾਇਆਂ ਬੈਸਨਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉਂ ਸਰੀਰੋਂ ਲੈ। ਮਹਾਰਾਜ ਕਹਿੰਦੇ ਲਾਲਚ ਸਿੱਖੋ, ਕਿਰਤ ਕਰੋ, ਕਿਰਤੀ ਬਣੋ। ਲਾਲਚ ਭਾਵੇਂ ਨਹੀਂ ਕਰਨਾ, ਪਰ ਇੰਨੀ ਕੁ ਕਿਰਤ ਜ਼ਰੂਰ ਕਰਿਓ ਵੀ ਕਿਸੇ ਦੀ ਮੁਥਾਜੀ ਨਾ ਕਰਨੀ ਪਵੇ। ਇਸ ਕਰਕੇ ਇਹ ਆ ਫਰਕ ਜੀ। ਇੱਕ ਹੁੰਦਾ ਲੋੜਾਂ ਪੂਰੀਆਂ ਕਰਨੀਆਂ, ਇੱਕ ਹੁੰਦਾ ਉੱਚੇ ਅਹੁਦਿਆਂ 'ਤੇ ਪਹੁੰਚਣ ਦੇ ਸੁਪਨੇ ਲੈਣੇ, ਇਸ ਕਰਕੇ ਤਾਂ ਕਿ ਗਰੀਬਾਂ ਦੀ ਭਲਾਈ ਕਰ ਸਕੇ। 100 ਕਿੱਲੇ ਚਾਹੀਦੇ ਨੇ, ਪਰ ਇਸ ਕਰਕੇ ਨਹੀਂ ਮੈਂ ਦੂਜਿਆਂ 'ਤੇ ਧੱਕਾ ਕਰਨਾ ਵੀ 100 ਕਿੱਲੇ ਹੋ ਗਏ ਤਾਂ ਫਿਰ ਮੈਂ ਆਕੜ ਕੇ ਚੱਲਣਾ, ਲੈ ਜੀ ਪਾਸੇ ਹੋ ਜਾ, ਮੈਂ ਆ ਰਿਹਾ ਹੁਣ। ਇੰਜ ਨਹੀਂ, ਇਹ ਮਨਸਾ ਨਾਲ ਨਹੀਂ 100 ਕਿੱਲੇ ਬਣਾਉਣੇ। ਇਸ ਕਰਕੇ ਬਣਾਉਣੇ ਨੇ, ਮੇਰੇ ਕਿਸੇ ਭਰਾ ਨੂੰ ਲੋੜ ਪੈ ਜਾਵੇ ਨਾ, 1 ਕਿੱਲੇ ਦੀ ਕਮਾਈ ਮੈਂ ਉਹਨੂੰ ਦੇ ਸਕਾਂ। 100 ਚੋਂ ਮੈਂ 99 ਦੀ ਆਪ ਕਮਾਈ ਲੈ ਲਵਾਂਗਾ, 1 ਦੀ ਕਮਾਈ ਗਰੀਬ ਕਿਸੇ ਨੂੰ ਦੇ ਦੇਵਾਂ ਤੇ ਮੈਨੂੰ ਦੁੱਖ ਨਾ ਲੱਗੇ। ਜੇ ਮੇਰੀ 10,000 ਤਨਖਾਹ ਏ ਤੇ 10,000 ਦੇ ਨਾਲ ਮੇਰਾ ਹੀ ਪੂਰਾ ਲੈਂਦਾ ਪਿਆ, ਕਿਸੇ ਗਰੀਬ ਦਾ ਢਿੱਡ ਕਿਵੇਂ ਮੈਂ ਭਰਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਕਿਰਤ ਕਰੋ, ਸੁਪਨੇ ਲਓ, ਪਰ ਲਾਲਚ ਨਹੀਂ ਕਰਨਾ। ਐਨਿਸ ਔਦ ਘਟੈ ਨਹੀਂ ਜਾਣੈ, ਦੌਲਤ ਇਕੱਠੀ ਕਰੋ, ਕੋਠੀਆਂ ਬਣਾਓ, ਰਾਜ ਮਾਨੋ, ਤਖਤਾਂ 'ਤੇ ਬੈਠੋ, ਪਰ ਇਹ ਯਾਦ ਰੱਖਿਓ ਅੰਦਰ ਦਾ ਸਕੂਨ, ਅੰਦਰ ਦਾ ਟਿਕਾ ਦੌਲਤ ਨਾਲ ਨਹੀਂ, ਪਰਮਾਤਮਾ ਦੇ ਨਾਮ ਨਾਲ ਹੀ ਮਿਲਣਾ ਹੈ। ਸਹਿਜ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ।
ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖੱਪ ਖੱਪ ਮਰੈ। ਤੇ ਮਹਾਰਾਜ ਕੀ ਕਹਿੰਦੇ, ਬਿਨਾ ਸੰਤੋਖ ਨਹੀਂ ਕੋ ਰਾਜੈ। ਕਿਵੇਂ ਰੱਜਦਾ ਮਨੁੱਖ? ਕਿਵੇਂ ਰੱਜਦਾ ਮਨੁੱਖ? ਜਦੋਂ ਮੇਰੇ ਬੈਂਕ ਦੇ ਵਿੱਚ ਲੱਖ ਰੁਪਈਆ ਆ ਗਿਆ ਤਾਂ ਰੱਜੂਗਾ? ਮਹਾਰਾਜ ਨੇ ਇਹ ਗੱਲ ਕਹੀ ਹੈ। ਮਹਾਰਾਜ ਕਹਿੰਦੇ ਨਹੀਂ, ਬਿਨਾ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਨਹੀਂ ਰੱਜ ਸਕਦਾ। ਜਿਹਨੂੰ ਸੰਤੋਖ ਹੈ ਨਾ ਜੀ, ਉਹ ਕੱਖਾਂ ਦੀ ਕੁੱਲੀ 'ਚ ਬੈਠ ਕੇ ਵੀ ਰੱਜਿਆ ਹੋਇਆ ਹੈ। ਉਹ ਕੱਖਾਂ ਦੀ ਕੁੱਲੀ 'ਚ ਬਹਿ ਕੇ ਵੀ ਕਹੂਗਾ ਨਜ਼ਾਰੇ ਆ ਜੀ। ਹੁਣ ਭਗਤ ਰਵਿਦਾਸ ਜੀ ਬੇਗਮਪੁਰਾ ਸ਼ਹਿਰ ਕੋ ਨਾਓ, ਭਗਤ ਰਵਿਦਾਸ ਜੀ ਕਹਿੰਦੇ ਆਪਾਂ ਨੂੰ ਤਾਂ ਨਜ਼ਾਰੇ ਆ ਜੀ ਬਈ। ਭਗਤ ਰਵਿਦਾਸ ਜੀ ਤੁਸੀਂ ਤਾਂ ਕੱਖਾਂ ਦੀ ਕੁੱਲੀ 'ਚ ਬੈਠੇ ਹੋ, ਨਜ਼ਾਰੇ ਕਿਉਂ? ਉਹ ਕਹਿੰਦੇ ਨਜ਼ਾਰੇ ਇਸ ਕਰਕੇ ਕਿਉਂਕਿ ਅਸੀਂ ਸੰਤੋਖ ਨਾਲ ਰੱਜ ਗਏ ਹਾਂ। ਤੇ ਜਿਨ੍ਹਾਂ ਨੂੰ ਸੰਤੋਖ ਨਹੀਂ, ਉਹ ਤਾਂ ਵੱਡੀ ਸਾਰੀ ਕੋਠੀ 'ਚ ਬੈਠਾ ਹੈ। ਤੇ ਸਾਡੇ ਘਰ ਤਾਂ ਹਜੇ ਕੁਛ ਹੈ ਹੀ ਨਹੀਂ। ਇੰਝ ਹੀ ਹੁੰਦਾ ਹੈ ਨਾ, ਗੱਡੀ ਚਲਾਉਣ ਦਾ ਵੱਡੀ ਸਾਰੀ, ਸਾਡਾ ਤਾਂ ਪੂਰਾ ਹੀ ਨਹੀਂ ਲੈਂਦਾ ਜੀ। ਸਾਡਾ ਤਾਂ ਗੁਜ਼ਾਰਾ ਹੀ ਮੁਸ਼ਕਿਲ ਨਾਲ। ਮੈਂ ਵੇਖਿਆ ਜੀ ਵੱਡੇ ਵੱਡੇ ਲੋਕਾਂ ਨੂੰ ਇਹ ਕੁਝ ਕਹਿੰਦੇ ਆ। ਤੇ ਮਹਾਰਾਜ ਨੇ ਇਸੇ ਕਰਕੇ ਕਿਹਾ, ਬਿਨਾ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾ ਰੱਜਦਾ ਨਹੀਂ ਮਨੁੱਖ। ਤੇ ਸੰਤੋਖ ਮਿਲਦਾ ਹੈ ਪਰਮਾਤਮਾ ਦੇ ਨਾਮ ਤੋਂ। ਪਰਮਾਤਮਾ ਦੀ ਬੰਦਗੀ ਕਰਦਿਆਂ ਹੀ ਸਾਨੂੰ ਸੰਤੋਖ ਮਿਲਣਾ ਹੈ। ਸਤਿਗੁਰੂ ਜੀ ਇਹ ਬਚਨ ਕਰਦੇ, ਸ਼ੁਰੂ ਤੋਂ ਇਹ ਪੰਕਤੀ ਦੁਬਾਰਾ ਪੜ੍ਹੋ ਜੀ। ਮਨ ਰੇ ਕਹਾ ਭਇਓ ਤੈ ਬੋਰਾ। ਹੇ ਮੇਰੇ ਮਨ, ਕਿੱਥੇ ਤੂੰ ਬਾਵਰਾ ਹੋਇਆ ਫਿਰਦਾ, ਕਿੱਥੇ ਤੂੰ ਪਾਗਲ ਹੋਇਆ ਫਿਰਦਾ ਹੈ। ਐਨਿਸ ਔਦ ਕਟੈ ਨਹੀਂ ਜਾਣੈ, ਭਇਓ ਲੋਭ ਸੰਗ ਹੋਰਾ। ਇਹ ਨਿਸ ਮਤਲਬ ਸਮਝ ਗਏ ਨਾ ਹੁਣ? ਇਹ ਦਾ ਮਤਲਬ ਦਿਨ, ਨਿਸ ਦਾ ਮਤਲਬ ਰਾਤ। ਇਹ ਨਿਸ ਦਿਨ ਤੇ ਰਾਤ, ਔਦ ਉਮਰ, ਦਿਨ ਤੇ ਰਾਤ ਤੇਰੀ ਉਮਰ ਘਟ ਰਹੀ ਆ। ਇਹ ਨਿਸ ਔਦ ਕਟੈ ਨਹੀਂ ਜਾਣੈ, ਭਇਓ ਲੋਭ ਸੰਗ ਹੌਰਾ। ਆਏ ਦਿਨ ਤੂੰ ਲੋਭ ਦੇ ਵਿੱਚ ਮਲੀਨ ਹੋ ਰਿਹਾ ਹੈ, ਕਮਜ਼ੋਰ ਹੋ ਗਿਆ ਹੈ, ਲਾਲਚ ਦੇ ਅਧੀਨ ਕਿੰਨੇ ਪਾਪ ਕਰ ਰਿਹਾ ਹੈ। ਲਾਲਚ ਤੋਂ ਉੱਪਰ ਉੱਠ, ਜ਼ਿੰਦਗੀ ਦਾ ਮਕਸਦ ਸਮਝ। ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਕਸਦ ਹੈ ਸਾਡਾ। ਅਹਨਿਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੌਰਾ। ਇਹ ਰਹਾਓ ਦੀ ਤੁਕ ਅੱਗੋਂ ਸਤਿਗੁਰੂ ਜੀ ਫਿਰ ਬਖਸ਼ਿਸ਼ ਕਰਦੇ ਹਨ। ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ। ਜਿਹੜਾ ਸਰੀਰ ਤੂੰ ਆਪਣਾ ਸਮਝਦਾ ਪਿਆ ਹੈ ਨਾ, ਜਿਹੜੀ ਇਸਤਰੀ ਨੂੰ ਤੂੰ ਆਪਣਾ ਸਮਝਦਾ ਪਿਆ ਹੈ, ਉਹਦੇ ਬਾਰੇ ਮਹਾਰਾਜ ਫਿਰ ਕੀ ਕਹਿੰਦੇ ਅਗਲੀ ਪੰਕਤੀ 'ਚ ਸਮਝਾਉਣਾ ਕਰਦੇ ਹਨ। ਇਨ ਮੈਂ ਕਸ਼ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਸੋਚ ਕੇ ਵਿਚਾਰ ਕੇ ਵਿਵੇਕ ਬੁੱਧੀ ਨਾਲ ਮਹਾਰਾਜ ਕਹਿੰਦੇ ਇਹਨਾਂ 'ਚ ਕੋਈ ਵੀ ਤੇਰਾ ਆਪਣਾ ਨਹੀਂ। ਤੇ ਆਪਣੇ ਦੀ ਡੈਫੀਨੇਸ਼ਨ ਪਤਾ ਕੀ ਹੁੰਦੀ? 10 ਅਕਸਰ ਇੱਕ ਡੈਫੀਨੇਸ਼ਨ ਦਿੰਦਾ ਹੁੰਦਾ ਆਪਣੇ ਦੀ। ਜਿਹੜਾ ਘਰ ਕਿਰਾਏ ਦਾ ਹੋਵੇ ਨਾ ਜੀ, ਉਸ ਕਿਰਾਏ ਦੇ ਮਕਾਨ ਤੇ ਮਾਲਕ ਦੀ ਮਰਜ਼ੀ ਚੱਲੂਗੀ। ਆ ਲੈ ਭਾਈ ਹੁਣ ਤੂੰ ਰਹਿ ਸਕਦਾ ਹੈ, ਜਦੋਂ ਮਾਲਕ ਦਾ ਜੀ ਕੀਤਾ ਤੁਰ ਜਾ ਜੀ ਹੁਣ ਇੱਥੋਂ। ਕਿਰਾਏ ਦੇ ਮਕਾਨ ਦਾ ਇਹੀ ਲੱਛਣ ਹੁੰਦਾ ਹੈ ਨਾ। ਤੇ ਆਪਣੇ ਮਕਾਨ ਦਾ ਕੀ ਲੱਛਣ ਹੁੰਦਾ? ਵੀ ਉਹਦੇ ਤੇ ਮੇਰੀ ਮਰਜ਼ੀ ਚੱਲਣੀ, ਮੈਂ ਜਦੋਂ ਆਵਾਂ ਜਦੋਂ ਜਾਵਾਂ ਮੇਰੀ ਮਰਜ਼ੀ ਆ। ਇਹੀ ਫਰਕ ਹੁੰਦਾ ਨਾ ਆਪਣੇ ਤੇ ਕਿਰਾਏ ਦੇ। ਆਪਣੇ ਮਕਾਨ ਤੇ ਕਿਰਾਏ ਦੇ ਮਕਾਨ 'ਚ ਇਹ ਫਰਕ ਹੁੰਦਾ ਹੈ ਵੀ ਕਿਰਾਏ ਦਾ ਮਕਾਨ ਆਪਣੀ ਮਰਜ਼ੀ ਨਹੀਂ ਉੱਥੇ ਚੱਲਦੀ। ਜਦੋਂ ਮਾਲਕ ਚਾਹਵੇ ਉਹ ਰੱਖ ਲੈਂਦਾ ਹੈ, ਮਾਲਕ ਚਾਹਵੇ ਕੱਢ ਦਿੰਦਾ ਹੈ। ਤੇ ਆਪਣੇ ਘਰ ਦੇ ਵਿੱਚ ਆਪਣੀ ਮਰਜ਼ੀ ਨਾਲ ਆਵਾਂਗੇ, ਆਪਣੀ ਮਰਜ਼ੀ ਨਾਲ ਜਾਵਾਂਗੇ। ਮੇਰੀ ਆਪਣੀ ਕਾਰ ਹੋਵੇ ਤੇ ਮੇਰਾ ਜੀ ਕਰੇ ਮੈਂ ਕਿਸੇ ਨੂੰ ਦੇਵਾਂ, ਮੇਰਾ ਜੀ ਕਰੇ ਨਾ ਦੇਵਾਂ। ਪਰ ਜੇ ਉਹ ਕਿਸੇ ਦੀ ਆ, ਕਿਰਾਏ ਦੀ ਆ, ਤਾਂ ਫਿਰ ਉੱਥੇ ਮੇਰੀ ਮਰਜ਼ੀ ਨਹੀਂ ਚੱਲਣੀ। ਤੇ ਹੁਣ ਵਿਚਾਰ ਕੇ ਦੱਸਿਓ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹਦਾ ਮਤਲਬ ਕੀ ਵੀ ਜਿਹਦੇ ਤੇ ਆਪਣੀ ਮਰਜ਼ੀ ਨਹੀਂ ਚੱਲਦੀ ਉਹ ਕੀ ਹੁੰਦੀ ਆ? ਕਿਰਾਏ ਦੀ, ਆਪਣੀ ਨਹੀਂ ਹੁੰਦੀ। ਇਹੀ ਮਤਲਬ ਹੋਇਆ ਨਾ। ਜੇ ਮਕਾਨ ਤੇ ਆਪਣੀ ਮਰਜ਼ੀ ਨਹੀਂ ਚੱਲ ਰਹੀ ਨਾ, ਮਤਲਬ ਮੈਂ ਕਿਰਾਏ ਤੇ ਰਹਿ ਰਿਹਾ ਹੋਵਾਂਗਾ। ਕਿਰਾਏ ਦੀ ਚੀਜ਼ ਤੇ ਆਪਣੀ ਮਰਜ਼ੀ ਨਹੀਂ ਚੱਲਦੀ। ਉਹਨੂੰ ਵਿਚਾਰ ਕੇ ਦੱਸਿਓ ਇਸ ਸਰੀਰ ਤੇ ਆਪਣੀ ਮਰਜ਼ੀ ਚੱਲਦੀ ਆ? ਮਰਜ਼ੀ ਨਾਲ ਜਵਾਨੀ ਆਈ ਸੀ ਤੁਹਾਨੂੰ, ਮਰਜ਼ੀ ਨਾਲ ਬੁਢੇਪਾ ਆਉਣਾ ਹੈ ਤੁਹਾਨੂੰ, ਮਰਜ਼ੀ ਨਾਲ ਝੁਰੜੀਆਂ ਪੈਣੀਆਂ, ਮਰਜ਼ੀ ਨਾਲ ਆ ਦਾੜੇ ਚਿੱਟੇ ਹੋਏ ਨੇ, ਮਰਜ਼ੀ ਚੱਲੀ ਸੀ। ਲੋਕੀ ਦਾੜੀਆਂ ਕਾਲੀਆਂ ਕਰਦੇ ਰਹਿ ਜਾਂਦੇ, ਇੱਕ ਦਿਨ ਦਾੜੇ ਫਿਰ ਵੀ ਚਿੱਟੇ ਹੋਈ ਜਾਂਦੇ ਜੇ।
ਮਰਜ਼ੀ ਨਹੀਂ ਚੱਲਦੀ। ਇਹਦਾ ਮਤਲਬ ਜੇ ਸਰੀਰ ਤੇ ਮਰਜ਼ੀ ਨਹੀਂ ਚੱਲ ਰਹੀ, ਇਹਦਾ ਮਤਲਬ ਕੀ ਹੋਇਆ? ਇਹ ਮਕਾਨ ਵੀ ਫਿਰ ਕਿਰਾਏ ਦਾ ਹੀ ਜੇ, ਜਦੋਂ ਮਾਲਕ ਨੇ ਚਾਹਿਆ ਲੈ ਜਾਣਾ ਜੇ, ਕੁਛ ਨਹੀਂ ਆਪਣਾ। ਪਰਿਵਾਰ ਤੇ ਆਪਣੀ ਮਰਜ਼ੀ ਨਹੀਂ ਚੱਲਦੀ, ਕੀ ਪਤਾ ਕਦੋਂ ਕੋਈ ਸਾਥ ਛੱਡ ਜਾਵੇ, ਕੀ ਪਤਾ ਕਦੋਂ ਅਸੀਂ ਸਾਥ ਛੱਡ ਜਾਈਏ। ਇਸ ਕਰਕੇ ਮਹਾਰਾਜ ਕਹਿੰਦੇ ਜਿਹਨੂੰ ਤੂੰ ਆਪਣਾ ਕਰਕੇ ਮੰਨੀ ਬੈਠਾ ਹੈ ਨਾ, ਇਹ ਕੁਝ ਵੀ ਤੇਰਾ ਆਪਣਾ ਨਹੀਂ ਹੈ। ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਜਿਹੜਾ ਰਤਨ ਜਨਮ ਹੈ, ਅਣਮੁੱਲਾ ਜਨਮ ਹੈ, ਇਹਦਾ ਤੂੰ ਮਨੋਰਥ ਨਹੀਂ ਸਮਝਦਾ ਪਿਆ, ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਲੀ ਅਵਸਥਾ ਨਹੀਂ ਸਮਝਦਾ ਪਿਆ ਤੂੰ। ਰੈਣ ਗਵਾਈ ਸੋਏ ਕੈ। ਅਸੀਂ ਕਿਵੇਂ ਜ਼ਿੰਦਗੀ ਕੱਢਦੇ ਹਾਂ? ਰਾਤ ਸੁੱਤਿਆਂ ਲੰਘਾ ਲਈ ਤੇ ਦਿਨ ਖਾਂਦਿਆਂ ਲੰਘਾ ਲਿਆ, ਇੰਝ ਹੀ ਲੰਘਦਾ ਨਾ ਦਿਨ। ਮਹਾਰਾਜ ਕਹਿੰਦੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿੰਨਾ ਅਣਮੁੱਲਾ ਜੀਵਨ ਸੀ ਤੇ ਕੌਡੀ ਦੇ ਭਾਵ ਗਵਾ ਦਿੰਦੇ ਹਾਂ ਅਸੀਂ। ਮਹਾਰਾਜ ਕਹਿੰਦੇ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਪਰਮਾਤਮਾ ਨੂੰ ਪਾਉਣ ਵਾਸਤੇ, ਕੁਝ ਗੁਣ ਖੱਟਣ ਵਾਸਤੇ, ਪਰ ਤੂੰ ਇਹਦੀ ਸਾਰ ਨਹੀਂ ਜਾਣਦਾ ਪਿਆ। ਨਿਮਖ ਨ ਲੀਨ ਭਇਓ ਚਰਨਨ ਸਿਓ, ਬਿਰਥਾ ਔਦ ਸਿਰਾਨੀ। ਇੱਕ ਨਿਮਖ ਵੀ ਤੂੰ ਪਰਮਾਤਮਾ ਦੇ ਨਾਲ ਜੁੜਦਾ ਨਹੀਂ ਪਿਆ, ਇੱਕ ਨਿਮਖ ਵੀ। ਇੱਕ ਘੜੀ ਜੁੜ ਕੇ ਵੇਖ, ਕਦੀ ਅੰਮ੍ਰਿਤ ਵੇਲੇ ਉੱਠ ਕੇ ਤਾਂ ਵੇਖ ਨਜ਼ਾਰੇ ਕੀ ਨੇ ਬੰਦਗੀ ਦੇ। ਕਦੀ ਇੱਕ ਵਾਰੀ ਵੀ ਵਾਹਿਗੁਰੂ ਕਹਿ ਕੇ ਦੇਖਿਆ ਹੀ? ਆ ਮੈਂ ਸਾਰਿਆਂ ਨੂੰ ਨਾ ਬੇਨਤੀ ਕਰਕੇ ਜਾਵਾਂਗਾ ਸਾਧ ਸੰਗਤ, ਸੁਬਹ ਉੱਠਦਿਆਂ ਸਾਰ, ਰੋਟੀ ਖਾਣ ਤੋਂ ਪਹਿਲਾਂ, ਚਾਹ ਪੀਣ ਤੋਂ ਪਹਿਲਾਂ, ਦੁੱਧ ਪੀਣ ਤੋਂ ਪਹਿਲਾਂ ਮੁੱਖ ਤੋਂ ਵਾਹਿਗੁਰੂ ਕਹਿਣਾ ਸਿੱਖੋ। ਇਹ ਆਦਤ ਬਣਾ ਲਓ। ਜਦੋਂ ਵੀ ਮੈਂ ਦੁੱਧ ਪੀਣਾ ਹੈ, ਚਾਹ ਪੀਣੀ ਆ, ਪਾਣੀ ਪੀਣਾ, ਰੋਟੀ ਖਾਣੀ ਆ, ਪਹਿਲਾਂ ਮੈਂ ਵਾਹਿਗੁਰੂ ਆਖਿਆ ਕਰਾਂ। ਉੱਠਦਿਆਂ ਸਾਰ ਮੂੰਹ ਤੋਂ ਵਾਹਿਗੁਰੂ ਕੱਢਿਆ ਕਰੋ। ਅਸੀਂ ਉੱਠਦਿਆਂ ਸਾਰ ਕੀ ਕਰਦੇ ਹਾਂ ਜੀ? ਇੱਕ ਤਾਂ ਸੁੱਤੇ ਰਾਤ ਨੂੰ 1 ਵਜੇ ਤੇ ਦੂਜਾ ਉੱਠੇ ਸੁਬਹ 9 ਵਜੇ। ਇੰਝ ਹੀ ਹੁੰਦਾ ਨਾ ਬੱਚਿਓ, ਇੱਕ ਤਾਂ ਸੁੱਤੇ ਰਾਤ ਨੂੰ 1 ਵਜੇ, ਦੂਜਾ ਉੱਠੇ ਸੁਬਹ 9 ਵਜੇ, ਤੇ ਤੀਜਾ ਉੱਠ ਵੀ ਪਏ ਤੇ ਉੱਠਦਿਆਂ ਸਾਰੋ ਜਲਦੀ ਮੋਬਾਈਲ ਖੋਲ, ਵਟਸਐਪ ਤੇ ਮੈਸੇਜ ਆਇਆ ਹੋਣਾ ਕੋਈ। ਇੰਝ ਹੀ ਹੁੰਦਾ ਹੈ ਨਾ। ਉਹ ਇੰਸਟਾਗ੍ਰਾਮ ਤੇ ਵੇਖ ਲਈਏ ਪੋਸਟ ਕਿਹੜੀ ਪਈ ਹੋਈ ਆ, ਉਹ ਫਲਾਣੇ ਨੇ ਫੇਸਬੁੱਕ ਤੇ ਪੋਸਟ ਕੀ, ਤੈਨੂੰ ਪਤਾ ਉਹਨੇ ਸਟੇਟਸ ਕੀ ਲਾਇਆ। ਇੰਝ ਹੀ ਹੁੰਦਾ, ਆਹ ਕੁਝ ਹੀ ਹੁੰਦਾ ਨਾ। ਉੱਠਦਿਆਂ ਸਾਰ ਪਹਿਲਾਂ ਇੰਸਟਾਗ੍ਰਾਮ ਚੈੱਕ ਕਰਦੇ, ਫੇਸਬੁੱਕ ਚੈੱਕ ਕਰਦੇ, ਵਟਸਐਪ ਚੈੱਕ ਕਰਦੇ ਆ। ਮਹਾਰਾਜ ਕਹਿੰਦੇ ਕਦੀ ਰੱਬ ਦਾ ਨਾਮ ਵੀ ਲੈ ਲਿਆ ਕਰ, ਇੱਕ ਨਿਮਖੀ ਜੁੜ ਕੇ ਵੇਖ ਲੈ। ਤੇ ਮੈਂ ਆਖਰੀ ਪੰਕਤੀ, ਇਸ ਤੋਂ ਬਾਅਦ ਮੈਂ ਸਮਾਪਤੀ ਕਰਨੀ। ਇੱਕ ਅੱਜ ਆਖਰੀ ਦੀਵਾਨ ਆ ਜੀ, ਮੈਂ 1-2 ਬੇਨਤੀਆਂ ਜ਼ਰੂਰੀ ਕਰਕੇ ਜਾਣੀਆਂ ਜੀ। ਫਤਿਹ ਬੁਲਾਉਣ ਵਾਲਾ ਮੈਂ। ਦੇਖੋ ਜੀ, ਸਾਰੇ ਸਮੇਂ ਲੰਘ ਜਾਣੇ ਨੇ, ਪਰ ਜਿਹੜਾ ਸਮਾਂ ਪਰਮਾਤਮਾ ਦੀ ਸਿੱਖੀ ਕਮਾਉਂਦਿਆਂ ਲੰਘਿਆ ਨਾ, ਉਹੀ ਅਸਲੀ ਸਮਾਂ, ਉਹੀ ਅਸਲੀ ਜ਼ਿੰਦਗੀ ਆ। ਸਭ ਤੋਂ ਪਹਿਲਾਂ ਨਾ ਜੀ ਘਰਾਂ 'ਚ ਮਾਹੌਲ ਬਣਾਈਏ। ਘਰਾਂ ਦੇ ਵਿੱਚ ਇਹ ਮਾਹੌਲ ਬਣਾਈਏ, ਬੱਚਿਆਂ ਨੂੰ ਇਹੋ ਜਿਹਾ ਮਾਹੌਲ ਦਈਏ ਕਿ ਉਹ ਚੰਗੀਆਂ ਆਦਤਾਂ ਵਾਲੇ ਹੋ ਸਕਣ। ਤੇ ਤੁਹਾਨੂੰ ਪਤਾ ਬੱਚੇ ਹਮੇਸ਼ਾ ਸਾਨੂੰ ਕਾਪੀ ਕਰਨਗੇ। ਛੋਟੇ ਛੋਟੇ ਬੱਚੇ ਨਾ ਜੀ, ਜੇ ਕਹੀ ਜਾਈਏ ਵੀ ਪੁੱਤ ਸ਼ਰਾਬ ਨਹੀਂ ਪੀਣੀ ਚਾਹੀਦੀ, ਤੇ ਰਾਤ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਕਹਿਣ ਵਾਲਾ ਬਾਪੂ ਫਿਰ ਲਾਈ ਜਾਂਦਾ ਹੋਵੇ ਘੁੱਟ, ਤੇ ਬੱਚਾ ਮੰਨ ਜਾਊਗਾ? ਪੁੱਤ ਗਾਲ ਨਹੀਂ ਕੱਢੀ ਦੀ, ਤੇ ਦੂਜੇ ਪਲ ਆਪ ਹੀ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਹੋਵੇ, ਮੰਨ ਜਾਊਗਾ ਪੁੱਤ? ਬੱਚੇ ਸਾਨੂੰ ਕਾਪੀ ਕਰਦੇ ਨੇ। ਜੋ ਕੁਝ ਅਸੀਂ ਕਰਾਂਗੇ ਸਾਨੂੰ ਵੇਖ ਕੇ ਬੱਚਿਆਂ ਨੇ ਵੀ ਉਹੀ ਕੁਝ ਕਰਨਾ। ਇਸ ਕਰਕੇ ਨਾ ਜੀ ਇਹ ਮਾਹੌਲ ਬਣਾਈਏ ਘਰਾਂ ਦਾ ਕਿ ਅਸੀਂ ਇਸ ਤਰ੍ਹਾਂ ਜ਼ਿੰਦਗੀ ਜਿਉਈਏ ਤਾਂ ਕਿ ਸਾਡੇ ਬੱਚੇ ਵਿਗੜਨ ਨਾ। ਜੇ ਘਰਾਂ ਦੇ ਵਿੱਚ, ਮੈਨੂੰ ਹੁਣ ਅੱਜ ਦਾ ਤਾਂ, ਜਦੋਂ ਦਾ ਮਹਾਰਾਜ ਨੇ ਸੋਝੀ ਬਖਸ਼ੀ ਆ, ਅੱਜ ਦਾ ਤਾਂ ਨਹੀਂ ਪਤਾ ਵੀ ਕਿਹੜੇ ਟੀਵੀਆਂ 'ਤੇ ਨਾਟਕ ਚੱਲਦੇ ਨੇ। ਮੈਂ ਅਕਸਰ ਕਈ ਵਾਰੀ ਉਦਾਹਰਨ ਤਾਂ ਲੈ ਲੈਂਦਾ ਵੀ ਅਸੀਂ ਸਮਝ ਜਾਈਏ ਸੌਖੇ ਤਰ੍ਹਾਂ ਗੱਲ। ਹੁਣ ਕਈ ਲੰਮੇ ਸਮੇਂ 'ਤੇ ਪਤਾ ਵੀ ਹੁਣ ਜੇ ਘਰਾਂ ਦੇ ਵਿੱਚ ਚੱਲਣਾ ਹੀ, ਕਿਉਂਕਿ ਸਾਸ ਕੀ ਬਹੂ ਹੈ, ਹੁਣ ਮੈਨੂੰ ਅੱਜ ਨਹੀਂ ਪਤਾ ਕਿਹੜੇ ਨਾਟਕ ਚੱਲਦੇ ਤੁਹਾਡੇ, ਤੇ ਜੇ ਅੱਜ ਚੱਲਣਾ ਹੀ ਐਵੇਂ ਦੇ ਮਾਹੌਲ ਆ ਤੇ ਬੱਚਿਆਂ ਨੇ ਵੀ ਉਹੀ ਕੁਝ ਕਰਨਾ। ਉਹਦੇ ਵਿੱਚ ਚੁਗਲੀਆਂ ਕਰਨੀ ਸਿਖਾਉਂਦੇ ਆ ਨਾ। ਉਹ ਭੈਣੇ ਤੈਨੂੰ ਪਤਾ ਉੱਥੇ ਕੀ ਹੋਇਆ, ਆਹੀ ਕੁਝ ਕਰਦੇ ਨਾ ਬੀਬੀਆਂ। 2 ਬਹਿ ਜਾਣ ਬੀਬੀਆਂ, ਕਦੀ ਰੱਬ ਦੀ ਗੱਲ ਕਰਦੇ, 2 ਜਣੇ ਬਹਿ ਜਾਣ। ਕਦੀ ਇਹ ਕਿਹਾ ਵੀ ਤੁਹਾਨੂੰ ਪਤਾ ਕਿਹੜਾ ਸ਼ਹੀਦੀ ਦਿਹਾੜਾ ਚੱਲ ਰਿਹਾ, ਕੋਈ ਨਹੀਂ ਗੱਲ ਕਰਦਾ। ਤੈਨੂੰ ਪਤਾ ਫਲਾਣੀ ਬੁੜੀ ਉਹਨੇ ਇੰਝ ਕਰਤਾ। ਆਹੀ ਕੁਝ ਹੁੰਦਾ ਹੈ ਜੀ।
ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਜੁੜੋ, ਨਿੰਦਿਆ ਛੱਡੋ। ਘਰਾਂ ਦੇ ਵਿੱਚ ਐਸਾ ਮਾਹੌਲ ਦਈਏ ਅਸੀਂ ਬੰਦਗੀ ਵਾਲਾ, ਸੋਹਣੀਆਂ ਆਦਤਾਂ ਵਾਲਾ। ਬੱਚਿਆਂ ਨੂੰ ਸਿਖਾਈਏ ਕਿ ਬੰਦਗੀ ਕਿਵੇਂ ਕਰਨੀ ਆ, ਬੱਚਿਆਂ ਨੂੰ ਸਿਖਾਈਏ ਕਿ ਚੰਗਾ ਬੋਲੀ ਦਾ ਕਿਵੇਂ ਹੁੰਦਾ ਹੈ, ਅਤੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਈਏ, ਬੱਚਿਆਂ ਨੂੰ ਪਾਠ ਕਰਨਾ ਸਿਖਾਈਏ। ਅਤੇ ਨਾਲ ਮੈਂ ਇੱਥੇ ਇਹ ਵੀ ਬੇਨਤੀ ਕਰਦੇ ਹਾਂ ਸਾਧ ਸੰਗਤ, ਦੇਖੋ ਜੀ ਆ ਪਿੱਛੇ ਜੇ ਨਾ ਵੀ ਕੱਲ੍ਹ ਪਰਸੋਂ ਮੈਂ ਇੱਕ ਵਿਦਵਾਨ ਦੀ ਕਥਾ ਸੁਣ ਰਿਹਾ ਸੀ, ਪਰਵਾਨਾ ਜੀ ਦੀ। ਉਹਨਾਂ ਨੇ ਗ੍ਰੰਥੀ ਦੇ ਬੜੇ ਸੋਹਣੇ ਅਰਥ ਕੀਤੇ। ਕਹਿੰਦੇ ਨੇ ਗ੍ਰੰਥੀ ਦਾ ਮਤਲਬ ਹੁੰਦਾ ਹੈ ਵੀ ਐਸਾ ਮਨੁੱਖ ਜਿਹੜਾ ਦੂਸਰੇ ਮਨੁੱਖਾਂ ਨੂੰ ਗੁਰੂ ਨਾਲ ਐਸਾ ਗੰਢ ਦੇਵੇ ਕਿ ਭੁੱਲ ਕੇ ਉਹ ਟੁੱਟੇ ਨਾ। ਆਹ ਗ੍ਰੰਥੀ ਦਾ ਫਰਜ਼। ਅਤੇ ਸਾਡਾ ਫਰਜ਼ ਬਣਦਾ ਸੀ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰੀਏ, ਕਿਉਂਕਿ ਇਹ ਯਾਦ ਰੱਖਿਓ ਇਸ ਪਦਵੀ 'ਤੇ ਕਦੀ ਬਾਬਾ ਬੁੱਢਾ ਸਾਹਿਬ ਬੈਠੇ ਸਨ। ਉਂਝ ਅਸੀਂ ਬਾਬਾ ਬੁੱਢਾ ਸਾਹਿਬ ਦੇ ਮੇਲੇ 'ਤੇ ਜਾਈਏ ਅਤੇ ਇੱਥੋਂ ਦੇ ਗ੍ਰੰਥੀ ਨੂੰ ਕਦੀ ਸਤਿਕਾਰ ਨਾ ਦਈਏ, ਇਹ ਗੱਲ ਚੰਗੀ ਨਹੀਂ ਲੱਗਦੀ। ਉਹ ਵਜ਼ੀਰ ਨੇ, ਗੁਰੂ ਕੇ ਵਜ਼ੀਰ ਨੇ। ਅਤੇ ਨਾਲ ਮੈਂ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ, ਜੇ ਬਾਬਾ ਬੁੱਢਾ ਸਾਹਿਬ ਵਾਲਾ ਸਤਿਕਾਰ ਚਾਹੁੰਦੇ ਹੋ ਨਾ, ਉਵੇਂ ਦਾ ਜੀਵਨ ਵੀ ਬਣਾਓ। ਗ੍ਰੰਥੀ ਸਾਡੇ ਵਿਦਵਾਨ ਕਹਿੰਦੇ ਹੁੰਦੇ ਨਾ, ਗ੍ਰੰਥੀ 'ਚੋਂ ਗ੍ਰੰਥ ਝਲਕਣਾ ਚਾਹੀਦਾ। ਅਤੇ ਜੇ ਗ੍ਰੰਥੀ ਨੂੰ ਇਹ ਦਰਦ ਹੀ ਨਹੀਂ ਹੈ ਕਿ ਅਸੀਂ ਪੂਰੇ ਨਗਰ ਨੂੰ ਗੁਰਮਤਿ ਨਾਲ ਜੋੜਨਾ ਹੈ, ਉਹਨੂੰ ਭੱਜੋ ਭੱਜੋ ਪਈ ਆ ਜੀ, ਖਤਮ ਕਰ ਦਿਓ, ਮੁਕਾ ਦਿਓ ਜੀ, ਬਸ ਕਰ ਦਿਓ ਜੀ, ਅਤੇ ਕਿਵੇਂ ਜੁੜੂਗੀ ਸੰਗਤ? ਇਹ ਸਾਡੇ ਹੀ ਫਰਜ਼, ਜਿਹੜੇ ਗੁਰੂ ਕੇ ਵਜ਼ੀਰ ਨੇ ਨਾ ਜੀ, ਇਹਨਾਂ ਦੇ ਫਰਜ਼ ਬਣਦੇ ਨੇ, ਇਹ ਜ਼ਿੰਮੇਵਾਰੀ ਲੈਣ, ਪ੍ਰਬੰਧਕ ਇਹ ਜ਼ਿੰਮੇਵਾਰੀਆਂ ਲੈਣ ਕਿ ਅਸੀਂ ਆਪਣੇ ਨਗਰ ਨੂੰ ਸਿੱਖੀ ਦੇ ਉੱਚੇ ਉੱਚੇ ਵਾਲੇ ਮੁਕਾਮ 'ਤੇ ਲੈ ਕੇ ਜਾਣਾ ਹੈ। ਐਸਾ ਮਾਹੌਲ ਦਈਏ। ਸਤਿਗੁਰੂ ਬਖਸ਼ਿਸ਼ ਕਰਨ। ਇਹੀ ਪੰਕਤੀ ਜਿਹੜੀ ਪੜ੍ਹੀਏ ਦੁਬਾਰਾ ਪੜ੍ਹਿਓ ਜੀ। ਨਿਮਖ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਔਦ ਸਿਰਾਨੀ। ਮਹਾਰਾਜ ਕਹਿੰਦੇ ਇੱਕ ਨਿਮਖ ਵੀ ਤੂੰ ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਦਾ, ਤੂੰ ਆਪਣੀ ਜ਼ਿੰਦਗੀ ਵਿਅਰਥ ਗਵਾ ਰਿਹਾ ਹੈ। ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ। ਮਹਾਰਾਜ ਕਹਿੰਦੇ ਉਹੀ ਮਨੁੱਖ ਸੁਖੀ ਹੈ, ਉਹੀ ਮਨੁੱਖ ਅਸਲੀ ਸੁਖੀ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਔਰ ਇਸ ਵਿਸ਼ੇ 'ਤੇ ਆਪਾਂ ਕੱਲ੍ਹ ਲੰਮੀ ਚੌੜੀ ਵਿਚਾਰ ਦਿੱਤੀ ਆ। ਸਤਿਗੁਰੂ ਜੀ ਅੱਗੋਂ ਬਖਸ਼ਿਸ਼ ਕਰਦੇ ਹਨ। ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ। ਤੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਵਿੱਚ ਨਹੀਂ ਜੁੜੇ, ਉਹ ਮਾਇਆ 'ਚ ਗਲਤਾਨ ਹੋਏ ਫਿਰਦੇ ਨੇ ਅਤੇ ਨਿਰਭੈ ਪਦਵੀ ਨਹੀਂ ਪਾਉਂਦੇ। ਉਹ ਡਰਦੇ ਰਹਿੰਦੇ ਨੇ, ਚਿੰਤਾ ਵਿੱਚ ਰਹਿੰਦੇ ਨੇ, ਮੇਰਾ ਇੱਧਰੋਂ ਨੁਕਸਾਨ ਨਾ ਹੋ ਜਾਵੇ, ਇੱਧਰੋਂ ਨੁਕਸਾਨ ਨਾ ਹੋ ਜਾਵੇ। ਉਹਨਾਂ ਦੀ ਸਾਰੀ ਜ਼ਿੰਦਗੀ ਡਰਦਿਆਂ ਹੀ ਲੰਘ ਜਾਂਦੀ ਆ, ਕਿਉਂਕਿ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਡਰਦਾ ਉਹੀ ਮਨੁੱਖ ਆ ਜਿਹੜਾ ਪਾਪ ਕਮਾਉਂਦਾ ਹੈ, ਧਰਮੀ ਸਦਾ ਖਿੜੇ ਰਹਿੰਦੇ ਹਨ। ਕਹੋ ਨਾਨਕ, ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ। ਮਹਾਰਾਜ ਕਹਿੰਦੇ ਉਹੀ ਮਨੁੱਖ ਅਸਲ ਸੁਖੀ ਆ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ। ਔਰ ਜਿਹੜਾ ਮਨੁੱਖ ਉਹਦੀ ਬੰਦਗੀ ਵਿੱਚ ਨਹੀਂ ਜੁੜਿਆ, ਉਹ ਮਾਇਆ ਦੇ ਵਿੱਚ ਗਲਤਾਨ ਰਹਿੰਦਾ ਹੈ। ਇਹ ਸ਼ਬਦ ਦੀ ਵਿਚਾਰ ਹੋਈ ਆ ਜੀ। ਅੱਜ ਇਹ ਆਖਰੀ ਸਮਾਗਮ ਸੀ। ਮੈਂ ਜਿੰਨੀਆਂ ਇਹ ਸਮਾਗਮ ਦੇ ਦੌਰਾਨ ਬੱਚਿਆਂ ਤੋਂ ਕੀਰਤਨ ਕਰਦੇ ਹਾਂ, ਦਾਸ ਤੋਂ ਕਥਾ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ, ਆਪ ਜੀ ਬਖਸ਼ ਲੈਣਾ ਜੀ। ਦੇਖੋ ਰੋਜ਼ ਰੋਜ਼ ਤਾਂ ਇਹ ਸਮਾਗਮ ਨਹੀਂ ਹੁੰਦੇ, ਅਤੇ ਮੈਂ ਨਹੀਂ ਇਹ ਕਹਿੰਦਾ ਵੀ ਅਸੀਂ ਆਏ ਦਿਨ ਡਿਸਟਰਬ ਹੀ ਕਰਦੇ ਰਹੀਏ। ਭਾਵੇਂ ਤੁਸੀਂ ਵੀ ਕੰਮ ਧੰਦਿਆਂ ਵਾਲੇ ਜੇ, ਤੁਸੀਂ ਵੀ ਰਾਤ ਨੂੰ ਸਮੇਂ ਸਿਰ ਸੌਂ ਕੇ ਸਮੇਂ ਸਿਰ ਉੱਠਣਾ ਹੁੰਦਾ, ਅਤੇ ਗ੍ਰੰਥੀ ਸਿੰਘ ਨੇ ਤਾਂ ਸਗੋਂ ਤੁਹਾਡੇ ਤੋਂ ਵੀ ਪਹਿਲਾਂ ਉੱਠਣਾ ਹੁੰਦਾ। ਇਸ ਕਰਕੇ ਇਹ ਆਪਣੀ ਇਹ ਆਦਤ ਰਹੀ ਆ ਵੀ ਜ਼ਿਆਦਾਤਰ ਨਾ ਜੀ ਇਹ ਯਤਨ ਕਰੋ ਵੀ ਗ੍ਰੰਥੀ ਨੂੰ ਕਵੇਲੇ ਕਦੀ ਫੋਨ ਨਾ ਕਰੋ। ਅਸੀਂ ਨਾ ਜੀ ਗ੍ਰੰਥੀ ਨੂੰ ਸਤਿਕਾਰ ਦੇਣਾ ਸਿੱਖੀਏ। ਜਦੋਂ ਵੀ ਅਸੀਂ ਆਪਣੇ ਘਰ ਪਾਠ ਰੱਖਣਾ ਹੈ, ਪਹਿਲਾਂ ਜਾ ਕੇ ਪੁਰਾਣੇ ਸਮੇਂ ਨਾ ਲੋਕ ਸਲਾਹਾਂ ਲਿਆ ਕਰਦੇ ਸਨ। ਪਹਿਲੀ ਤਾਂ ਬੇਨਤੀ ਕਰਤੀ ਵੀ ਗ੍ਰੰਥੀ ਵੀ ਉਵੇਂ ਦਾ ਜੀਵਨ ਬਣਾਉਣ, ਅਤੇ ਦੂਜਾ ਸਾਡਾ ਫਰਜ਼ ਬਣਦਾ ਹੈ ਅਸੀਂ ਵੀ ਸਲਾਹਾਂ ਲਈਏ ਵੀ ਗ੍ਰੰਥੀ ਜੀ, ਭਾਈ ਸਾਹਿਬ ਜੀ, ਅਸੀਂ ਫਲਾਣਾ ਕੰਮ ਕਰਨਾ, ਕਿਵੇਂ ਕਰਨਾ ਚਾਹੀਦਾ ਗੁਰਮਤਿ ਅਨੁਸਾਰ। ਇੱਕ ਤਾਂ ਉਹਨੂੰ ਵੀ ਗੁਰਮਤਿ ਦੀ ਸਮਝ ਹੋਵੇ, ਅਤੇ ਦੂਜਾ ਅਸੀਂ ਵੀ ਐਸੀਆਂ ਸਲਾਹਾਂ ਲਈਏ। ਤੀਜਾ ਅਸੀਂ ਪਾਠ ਰਖਾਉਣਾ ਨਾ ਜੀ, ਅਸੀਂ ਹੁਕਮ ਕਰਦੇ ਹਾਂ ਭਾਈ ਸਾਹਿਬ ਜੀ ਇੰਨੀ ਤਰੀਕ ਨੂੰ ਕੱਲ੍ਹ ਨੂੰ ਪਾਠ ਰੱਖਣਾ ਜੀ, ਅਤੇ ਉਹਨਾਂ ਦਾ ਵਿਚਾਰਿਆਂ ਦਾ ਭਾਵੇਂ ਪਾਠ ਪਹਿਲਾਂ ਬੁੱਕ ਹੋਇਆ ਹੋਵੇ ਅਤੇ ਪਾਠੀ ਭੱਜੇ ਫਿਰਦੇ ਹੁੰਦੇ, ਉੱਥੇ ਵੀ ਭੋਗ ਪਾ ਕੇ ਆਉਣਾ ਜੀ, ਉੱਥੇ ਵੀ ਭੋਗ ਪਾ ਕੇ ਆਉਣਾ। ਅਸੀਂ ਪਹਿਲਾਂ ਆ ਕੇ ਪੁੱਛਿਆ ਕਰੀਏ ਭਾਈ ਸਾਹਿਬ ਜੀ ਅਸੀਂ ਪਾਠ ਰਖਾਉਣਾ ਚਾਹੁੰਦੇ ਹਾਂ, ਕੋਈ 15 ਦਿਨ ਪਹਿਲਾਂ ਪੁੱਛਿਆ ਕਰੋ ਭਾਈ ਸਾਹਿਬ ਜੀ ਅਸੀਂ ਪਾਠ, ਚਲੋ ਮਰਗ ਹੋ ਗਈ ਉਹਦੇ 'ਤੇ ਵਸ ਨਹੀਂ ਚੱਲਦਾ, ਪਰ ਆਮ ਜਿਹੜੇ ਪਾਠ ਰਖਾਉਂਦੇ ਖੁਸ਼ੀ ਦੇ ਕੋਈ ਹੋਰ ਮਕਸਦ ਵਾਸਤੇ, ਪੁੱਛਿਆ ਕਰੋ ਭਾਈ ਸਾਹਿਬ ਜੀ ਪਾਠ ਰਖਾਉਣਾ ਹੈ, ਕਿਹੜੀ ਤਰੀਕ ਨੂੰ ਰਖਾਈਏ।
ਇੰਜ ਆਦਰ ਦੇਣਾ ਸਿੱਖੀਏ। ਤੇ ਦੂਜੀ ਗੱਲ, ਕਦੀ ਕਦੀ ਜੇ ਸਮਾਗਮ ਹੁੰਦੇ ਆ ਨਾ, ਉੱਥੇ ਫਿਰ ਜਿਹੜੇ ਜ਼ਿੰਮੇਵਾਰ ਵੀਰਾਂ ਨੂੰ ਵੀ ਚਾਹੀਦਾ ਵੀ ਉੱਥੇ ਭੱਜ ਦੌੜ ਨਹੀਂ ਚਾਹੀਦੀ। ਇਹ ਨਹੀਂ ਵੀ ਮੁਕਾ ਦਿਓ ਜੀ। ਅਸੀਂ ਸਾਰੇ ਆਪੋ ਆਪਣੇ ਫਰਜ਼ ਸਮਝੀਏ, ਆਪੋ ਆਪਣੇ ਦਰਦ ਦੇ ਨਾਲ ਸਿੱਖੀ ਕਮਾਈਏ। ਸਤਿਗੁਰੂ ਬਖਸ਼ਿਸ਼ ਕਰਨ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਲੈਣ। ਆਓ ਇਹ ਆਖਰੀ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।